ਨਮਸਕਾਰਯੋਗ ਸਤਿਗੁਰਾਂ ਦੀ ਸਾਜੀ और नवाजी हुई साध संगत जीओ, आप माई पाई धनता दे जोग हों, जिन्हां नूं सतगुरु जी दे चरणां दे विच बैठण दे सुभाग समय प्राप्त होया। आओ असीं तुसीं सारे ही बड़े कर्मां वाले हों, जिन्हां नूं पूरे सतगुरां दे चरणां दे विच बैठण दे सुभाग समय प्राप्त हुंदे आ। बड़े भागां दे नाल सत संगत दी प्राप्ति हुंदी आ। भागहीन परम चोटां खावै। महाराज जी कहते जिन्हां दे भाग माड़े ने उन्हां नूं दर दर दियां चोटां खाणियां पैंदियां ने। भाव के चोटां दा मतलब वो भरमां दे विच पै जांदे ने, वहमां दे विच पै जांदे आ। पर सतगुरु दी बाणी गुरु रब दे प्यारे वहमां भरमां दे विचों कढ दिंदे आ। कल विचार चल रही सी, माता गुजर कौर जी नूं भाई राम कुआर जी नूं उन्होंने दर्शन दिते। 25 को पिछे सी आनंदपुर साहब तो, क्योंकि कलगीधर पातशाह गुरु गोबिंद सिंह महाराज जी का बचन सी, दोपहर का प्रसादा सकण तो पहला पहला तुहानू ब्रह्म ज्ञानी के दर्शन हो जाएंगे। तो गुरमुख प्यारिओ उधरों दोपहर का समा हो गया सी प्रसादा सकण का। जो दोपहर का समा होया, माता जी ने देखा लाल जी ब्रह्म ज्ञानी बाबा जी तो आए नहीं। महाराज जी कहते माता जी तुसी प्रसादा तैयार करो, तो जो बर्तनों के विच परोसोगे ना उस समय आ जाणगे। आखो सतनाम। 25 को पिछे सी बाबा राम कुआर जी, ये बाबा बुढ़ा जी की बंश के विचों होए ने। 25 को पिछे सी जदों बाबा राम कुआर जी ने वेख्या भी इन्नी छेती दा पहुंचे नहीं जाना, हुण की कीता जाए। कहता देखी जाऊगी फिर हुण जिहड़ा कुछ बनदा। फिर उत्थों गुरमुख प्यारिओ बाबा राम कुआर जी ने शक्ति दे नाल, दिव्य दृष्टि दे नाल, ब्रह्म ज्ञान दे नाल तत् सिन ही उधर माता जी ने प्रसादा परोस लिया। ते उस समय आन गुरु गोबिंद सिंह महाराज जी के चरणों के उत्ते मत्था टेक के आखो सतनाम। शक्ति दे नाल तां गुरमुख प्यारिओ रब्बी शक्तियां हुंदियां ने, पर बखाइयां नहीं जांदियां। सतगुरु जी ने मना कीता हुंदा, ये शक्तियां नूं कहर दा रूप दस्सिया। ये अपने आप वरत जाण तां वखरी गल आ, पर दिखाइयां नहीं जांदियां। किते लोड़ भी पै जाती है, ये भी नहीं है। जिथे फिर हुण मान लो भी हुण आपां घरां दे विच शस्त्र रखे हुए ने, किसी ने 12 बोर रखी होनी, किसी कोल रिवाल्वर रखिया होना, किसी ने कुछ रखिया होना।
ਉਹ ਆਪਾਂ ਐਵੇਂ ਚਲਾਉਂਦੇ ਥੋੜ੍ਹੂ ਫਿਰਦੇ ਉਹਨੂੰ। ਉਹ ਰੱਖੇ ਹੋਏ ਨੇ ਸਾਂਭ ਕੇ, ਹੈ ਤਾਂ ਘਰ ਦੇ ਵਿੱਚ ਨੇ ਨਾ, ਕੋਈ ਬਾਹਰ ਤਾਂ ਨਹੀਂ ਪਏ, ਘਰ ਦੇ ਵਿੱਚ ਸਾਂਭ ਕੇ ਰੱਖੇ ਹੋਏ ਨੇ। ਉਹ ਕਿੱਥੇ ਚਲਾਉਣੇ ਆ ਜਦੋਂ ਸਿਰ ਤੋਂ ਪਾਣੀ ਉੱਪਰ ਚੱਲ ਜਾਏ ਵੀ ਹੁਣ ਬਈ ਜਾਨ ਗਈ, ਹੁਣ ਨਹੀਂ ਬਚਣਾ, ਬਸ ਫਿਰ ਉਹ ਸ਼ਸਤਰਾਂ ਨੂੰ ਚਲਾਣੇ, ਆਖੋ ਸਤਨਾਮ, ਵੀ ਹੁਣ ਤਾਂ ਦੇਖੀ ਜਾਓ ਵੀ ਜਿਹੜਾ ਕੁਛ ਹੋਊਗਾ ਹੋਊਗਾ। ਇਹੀ ਹੈ ਨਾ। ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਕੋਲ ਸ਼ਕਤੀਆਂ ਰਹਿੰਦੀਆਂ, ਸਿੱਧੀਆਂ ਪਾਵਰਾਂ ਸਾਰੀਆਂ ਹੁੰਦੀਆਂ ਨੇ, ਪਰ ਜਦੋਂ ਫਿਰ ਕੰਮ ਕਿਤੇ ਅੜ ਜਾਏ ਬਹੁਤਾ ਹੀ, ਫਿਰ ਸ਼ਕਤੀਆਂ ਵਿਖਾ ਵੀ ਦਿੰਦੇ, ਆਖੋ ਸਤਨਾਮ। ਜਿਵੇਂ ਰਿਵਾਲਵਰ ਚਲਾ ਦੇਣਾ ਫਿਰ ਇਸੇ ਤਰ੍ਹਾਂ ਫਿਰ ਸ਼ਕਤੀ ਵੀ ਦਿਖਾ ਦਿੰਦੇ ਨੇ। ਹੁਣ ਦਿਖਾਤੀ ਬਾਬਾ ਰਾਮ ਕੁਆਰ ਜੀ ਨੇ ਸ਼ਕਤੀ ਵੀ 25 ਕੋਹ ਪਿੱਛੇ ਖੜਾ ਹਾਂ ਤੇ ਮਾਤਾ ਜੀ ਪ੍ਰਸਾਦਾ ਪਰੋਸੀ ਖੜੇ ਆ, ਮਾਤਾ ਗੁਜਰ ਕੌਰ ਜੀ। ਤਾਂ ਗੁਰਮੁਖ ਪਿਆਰਿਓ, ਬਸ ਫਿਰ ਦਿਖਾਤੀ ਸ਼ਕਤੀ। ਸਿਨਾਂ ਦੇ ਵਿੱਚ ਹੀ ਆ ਕੇ ਮਾਤਾ ਗੁਜਰੀ ਦੇ ਕੋਲ ਚਰਨਾਂ ਦੇ ਉੱਤੇ ਨਮਸਕਾਰ ਕੀਤੀ, ਆਖੋ ਸਤਨਾਮ। ਇਹ ਨੇ ਭਾਈ ਗੱਲਾਂ ਬਾਤਾਂ। ਭਾਈ ਰਾਮ ਕੁਆਰ ਜੀ ਨੂੰ ਸ਼ਰਾਪ ਕਿਹਨੇ ਦਿੱਤਾ, ਆਓ ਇਤਿਹਾਸ ਸੁਣੋ। ਫਿਰ ਆਪ ਜੀ ਨੇ ਭਾਈ ਰਾਮ ਕੁਆਰ ਜੀ ਵੱਲ ਵੇਖ ਕੇ ਫਰਮਾਇਆ, ਕਹਿੰਦੇ ਤੁਸੀਂ ਤਿਹਾਵਲ ਕੜਾਹ ਪ੍ਰਸਾਦ ਲੁੱਟ ਕੇ ਨਹੀਂ ਖਾਧਾ। ਕੱਲ ਸੁਣਿਆ ਸੀ ਨਾ ਵੀ ਪ੍ਰਸਾਦ 1000 ਦੀ ਦੇਗ ਕਰਾਤੀ ਮਹਾਰਾਜ ਨੇ, ਉਸ ਸਮੇਂ 1000 ਦੀ ਭੋਗ ਨਹੀਂ ਲਾਇਆ, ਐਂ ਰੱਖ ਦਿੱਤੀ। ਕਹਿੰਦੇ ਭਾਈ ਜਿੰਨੀਆਂ ਸੰਗਤਾਂ ਸਭ ਲੁੱਟ ਕੇ ਖਾਓ, ਜਿੰਨੀ ਚੱਕੀ ਜਾਂਦੀ ਚੱਕ ਲੋ, ਖੁੱਲੀ ਆ। ਤਾਂ ਗੁਰਮੁਖ ਪਿਆਰਿਓ, ਬਾਬਾ ਰਾਮ ਕੁਆਰ ਜੀ ਨੇ ਨਹੀਂ ਚੁੱਕੀ ਤੇ ਨਾ ਹੀ ਇਹਨਾਂ ਦੇ ਚੇਲੇ ਨੇ ਚੱਕੀ ਆ। ਸਤਿਗੁਰੂ ਜੀ ਕਹਿੰਦੇ ਫਿਰ ਆਪ ਜੀ ਨੇ ਭਾਈ ਰਾਮ ਕੁਆਰ ਜੀ ਵੱਲ ਵੇਖ ਕੇ ਫਰਮਾਇਆ, ਕਹਿੰਦੇ ਤੁਸੀਂ ਦੇਗ ਤਿਹਾਵਲ ਪ੍ਰਸਾਦ ਲੁੱਟ ਕੇ ਨਹੀਂ ਖਾਧਾ, ਇਸ ਤਰ੍ਹਾਂ ਇੱਕ ਤੁਸੀਂ ਸਾਡੀ ਆਗਿਆ ਭੰਗ ਕਰ ਦਿੱਤੀ। ਮਹਾਰਾਜ ਜੀ ਕਹਿੰਦੇ ਜਦੋਂ ਅਸੀਂ ਕਿਹਾ ਵੀ ਦੇਗ ਸਕੋ ਖਾਓ, ਤੁਸੀਂ ਸਾਡੀ ਆਗਿਆ ਭੰਗ ਕਰ ਦਿੱਤੀ। ਦੂਜਾ ਮਨ ਭਾਉਂਦਾ ਸੁਖਦਾਇਕ ਖਾਣਾ ਨਹੀਂ ਖਾਧਾ, ਇਹ ਤੁਸਾਂ ਦੰਭ ਕੀਤਾ ਹੈ। ਭਾਈ ਜੀ ਨੇ ਕਿਹਾ, ਕਹਿੰਦੇ ਉਸ ਸਮੇਂ ਕਲਯੁਗ ਵਰਤ ਰਿਹਾ ਸੀ, ਉਸ ਸਮੇਂ ਕਲਯੁਗ ਵਰਤ ਰਿਹਾ ਸੀ, ਭਾਵ ਕਿ ਜਦੋਂ ਦੇਗ ਆਪੋ ਆਪ ਚੱਕ ਕੇ ਖਾ ਰਹੇ ਸੀ, ਕਹਿੰਦੇ ਉਸ ਸਮੇਂ ਕਲਯੁਗ ਵਰਤ ਰਿਹਾ ਸੀ। ਅਸੀਂ ਇਸ ਕਰਕੇ ਨਹੀਂ ਉੱਠੇ, ਅਸੀਂ ਇਸ ਕਰਕੇ ਨਹੀਂ ਸੀ ਉੱਠੇ। ਸਤਿਗੁਰੂ ਜੀ ਨੇ ਕਿਹਾ, ਕਲਯੁਗ ਤੋਂ ਡਰ ਕੇ ਤੁਸਾਂ ਕੜਾਹ ਪ੍ਰਸਾਦ ਨਹੀਂ ਖਾਧਾ, ਉਹ ਦਰਵਾਜ਼ਿਆਂ ਤੇ ਕਿਲਿਆਂ ਤੋਂ ਸਾਲਾ ਮਾਰ ਮਾਰ ਕੇ ਤੁਹਾਡੇ ਘਰ ਪ੍ਰਵੇਸ਼ ਕਰੇਗਾ। ਕਹਿੰਦੇ ਕਲਯੁਗ ਤੋਂ ਡਰਦਾ ਸੀ ਨਾ, ਉਹ ਦਰਵਾਜ਼ਿਆਂ ਤੇ ਕਿਲਿਆਂ ਤੋਂ ਸਾਲਾ ਮਾਰ ਮਾਰ ਕੇ ਤੁਹਾਡੇ ਘਰ ਪ੍ਰਵੇਸ਼ ਕਰੇਗਾ। ਇਹ ਬਚਨ ਕੀਤਾ ਮਹਾਰਾਜ ਜੀ ਨੇ ਇਸ ਰਾਤ ਦਾ। ਕਿਸੇ ਤਰ੍ਹਾਂ ਵੀ ਤੁਹਾਡੇ ਇਸ ਤੋਂ ਬਚਾਓ ਨਹੀਂ ਕਰ ਸਕੋਗੇ ਅਤੇ ਕਲਯੁਗ ਤੁਹਾਡੇ ਇਸੇ ਤਰ੍ਹਾਂ ਵਰਤੇਗਾ। ਗੁਰੂ ਜੀ ਦੇ ਇਹ ਬਾਗ ਸੁਣ ਕੇ ਭਾਈ ਰਾਮ ਕੁਆਰ ਜੀ ਨੇ ਹੱਥ ਜੋੜ ਕੇ ਪੁੱਛਿਆ ਕਿ ਇਹ ਜੋ ਤੁਸਾਂ ਬਚਨ ਕੀਤਾ ਹੈ, ਇਹ ਮੇਰੇ ਸਰੀਰ ਤਿਆਗਣ ਤੋਂ ਕਿੰਨਾ ਕੁ ਚਿਰ ਪਿੱਛੋਂ ਵਰਤੇਗਾ। ਜੇ ਤੁਸੀਂ ਕਿਰਪਾ ਕਰੋ ਤਾਂ ਇਹ ਤੁਹਾਡਾ ਵਾਕ ਤਦੋਂ ਪੂਰਾ ਹੋਵੇ ਜਦੋਂ ਮੇਰੇ ਪੁੱਤਰ ਦੇ ਘਰ ਪੁੱਤਰ ਹੋਵੇ। ਸਤਿਗੁਰੂ ਜੀ ਨੇ ਕਿਹਾ, ਏਮ ਸਤ ਐਸਾ ਹੀ ਹੋਵੇਗਾ। ਮਹਾਰਾਜ ਜੀ ਕਹਿੰਦੇ ਜਿਵੇਂ ਤੂੰ ਕਹਿਣਾ ਉਸੇ ਤਰ੍ਹਾਂ ਹੀ ਹੋਵੇਗਾ। ਭਾਈ ਰਾਮ ਕੁਆਰ ਜੀ ਨੇ ਜਿਨ੍ਹਾਂ ਦੀ ਮਤ ਗੁਰੂ ਦੇ ਅਨੁਸਾਰ ਸੀ, ਇਹ ਸ਼ਰਾਪ ਬਖਸ਼ਾਉਣ ਵਾਸਤੇ ਗੁਰੂ ਜੀ ਅੱਗੇ ਕੋਈ ਬੇਨਤੀ ਨਾ ਕੀਤੀ।
ਅਤੇ ਸਭ ਸਤ ਕਰਕੇ ਪ੍ਰਵਾਨ ਕਰ ਲਿਆ। ਸਮਾਂ ਪਾ ਕੇ ਜਦੋਂ ਭਾਈ ਰਾਮ ਕੁਆਰ ਜੀ ਦੇ ਘਰ ਪੋਤਰਾ ਜਨਮਿਆ ਤਾਂ ਇਹ ਗੁਰੂ ਜੀ ਦੇ ਬਾਕ ਤਦੋਂ ਸਫਲ ਹੋਏ। ਉਸਨੇ ਬਹੁਤ ਕੁਕਰਮ ਕੀਤੇ ਜਿਨ੍ਹਾਂ ਨਾਲ ਉਹਨਾਂ ਦੀ ਬੰਸ ਦੀ ਬਹੁਤ ਬੇਇੱਜ਼ਤੀ ਹੋਈ। ਭਾਈ ਰਾਮ ਕੁਆਰ ਜੀ ਜਿਨ੍ਹਾਂ ਨੂੰ ਗੁਰੂ ਜੀ ਦਾ ਭਾਣਾ ਮਿੱਠਾ ਲੱਗਦਾ ਸੀ, ਰਾਤ ਦਿਨੇ ਆਪ ਜੀ ਦੇ ਚਰਨਾਂ ਵਿੱਚ ਇੱਕ ਸਾਰ ਲਿਵ ਲਾਈ ਰੱਖਦੇ ਸਨ। ਫਿਰ ਵੀ ਗੁਰੂ ਜੀ ਨੇ ਆਪਣੀ ਮਾਇਆ ਵਰਤਾ ਕੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਇਹ ਭਾਈ ਜੀ ਦੇ ਪੂਰਬਲੇ ਕਰਮਾਂ ਦਾ ਲੇਖ ਸੀ, ਜਿਸ ਅੱਗੇ ਕੋਈ ਥਿਰ ਨਹੀਂ ਰਹਿ ਸਕਦਾ। ਪਰੰਤੂ ਜਿਸ ਨੂੰ ਸਤਿਗੁਰੂ ਜੀ ਹੱਥ ਦੇ ਕੇ ਇਹਨਾਂ ਪੂਰਬਲੇ ਲੇਖਾਂ ਦੇ ਭੁਗਤਾਨ ਤੋਂ ਬਚਾਉਣ, ਉਹੀ ਇਹਨਾਂ ਤੋਂ ਬਚ ਸਕਦਾ ਹੈ। ਆਖੋ ਸਤਿਨਾਮ। ਇੱਕ ਦਿਨ ਭਾਈ ਰਾਮ ਕੁਆਰ ਜੀ ਨੇ ਵੇਖਿਆ ਗੁਰੂ ਜੀ ਦੇ ਅੱਗੇ ਇੱਕ ਬੜਾ ਭਾਰੀ ਧੁੰਨ ਬਾਣ ਪਿਆ ਸੀ। ਬਹੁਤ ਭਾਰੀ ਧੁਨਸ ਬਾਣ ਪਿਆ ਸੀ। ਉਸ ਨੂੰ ਵੇਖ ਕੇ ਉਹਨਾਂ ਦੇ ਮਨ ਵਿੱਚ ਭਰਮ ਜਿਹਾ ਹੋ ਗਿਆ। ਇਹ ਆਪ ਜੀ ਨੇ ਵਿਖਾਵੇ ਮਾਤਰ ਹੀ ਰੱਖਿਆ ਹੋਇਆ ਹੈ। ਇਹ ਆਪ ਜੀ ਨੇ ਕਹਿੰਦਾ ਵਿਖਾਵੇ ਦੇ ਮਾਤਰ ਹੀ ਰੱਖਿਆ ਹੋਵੇਗਾ, ਨਹੀਂ ਤਾਂ ਗੁਰੂ ਜੀ ਆਪਣੇ ਪਤਲੇ ਜਿਹੇ ਸਰੀਰ ਨਾਲ ਇਸ ਨੂੰ ਚੁੱਕ ਕੇ ਇਸ ਨੂੰ ਨਹੀਂ ਚੁੱਕ ਸਕਣਗੇ। ਮਨ 'ਚ ਭਰਮ ਜਿਹਾ ਹੋ ਗਿਆ, ਵਹਿਮ ਜਿਹਾ ਹੋ ਗਿਆ। ਕਹਿੰਦਾ ਮਹਾਰਾਜ ਦਾ ਸਰੀਰ ਪਤਲਾ ਜਿਹਾ ਹੈ ਤੇ ਧੁਨਸ ਬੜਾ ਹੈ, ਭਾਰੀ ਆ, ਇਹ ਨਹੀਂ ਚੱਕ ਸਕਣਗੇ। ਭਾਈ ਜੀ ਦੇ ਮਨ ਵਿਦਾਸ ਸੰਸਾ ਜਾਣ ਕੇ ਸਤਿਗੁਰੂ ਜੀ ਨੇ ਬਚਨ ਕੀਤਾ। ਸਤਿਗੁਰੂ ਜੀ ਨੇ ਜਾਣ ਕੇ ਬਚਨ ਕੀਤਾ, ਕਿਉਂਕਿ ਮਹਾਰਾਜ ਜੀ ਕੇ ਦਾ ਸੰਸਾਰ ਰਹਿ ਨਹੀਂ ਦਿੰਦੇ, ਨਾ ਸੰਸਾ ਨਾ ਸ਼ੰਕਾ। ਜੇ ਮਨ ਦੇ ਵਿੱਚ ਸੰਸਾ ਸ਼ੰਕਾ ਰਹਿ ਗਿਆ ਤਾਂ ਉਹਦੀ ਜ਼ਿੰਦਗੀ ਬਰਬਾਦ ਹੋ ਜਾਣੀ। ਆਖੋ ਸਤਿਨਾਮ। ਇਹ ਸੰਸਾ ਸ਼ੰਕਾ ਕਿਸੇ ਤੇ ਵੀ ਹੋ ਜਾਏ ਤਾਂ ਗੁਰਮੁਖ ਪਿਆਰੇ ਉਹ ਪਿਆਰ ਨਹੀਂ ਰਹਿੰਦਾ ਪਹਿਲਾਂ ਵਾਲਾ। ਭਾਵੇਂ ਘਰ ਦੇ ਵਿੱਚ ਹੋ ਜਾਏ, ਪਤੀ ਪਤਨੀ ਤੇ ਹੋ ਜਾਏ, ਭੈਣ ਭਾਈ 'ਚ ਹੋ ਜਾਏ, ਮਿੱਤਰਾਂ ਦੋਸਤਾਂ ਤੇ ਹੋ ਜਾਏ, ਕਿਤੇ ਵੀ ਕਿਸੇ ਪ੍ਰਕਾਰ ਦਾ ਕਿਸੇ ਨੂੰ ਸ਼ੰਕਾ ਹੋ ਜਾਏ, ਉਹ ਪਹਿਲਾਂ ਵਾਲੀ ਗੱਲ ਨਹੀਂ ਬਣਦੀ। ਆਖੋ ਸਤਿਨਾਮ। ਹੁਣ ਗੁਰੂ ਤੇ ਸ਼ੰਕਾ ਕਹਿੰਦਾ ਵੀ ਇਹ ਜਿਹੜਾ ਇੰਨਾ ਰੱਖਿਆ, ਇਹ ਐਡਾ ਭਾਰੀ, ਮਹਾਰਾਜ ਜੀ ਦਾ ਸਰੀਰ ਪਤਲਾ ਜਿਹਾ ਹੈ, ਇਸ ਨੂੰ ਚੁੱਕ ਨਹੀਂ ਸਕਣਗੇ। ਭਾਈ ਜੀ ਦੇ ਮਨ ਦਾ ਸੰਚਾ ਜਾਣ ਕੇ ਸਤਿਗੁਰੂ ਜੀ ਨੇ ਜਾਣ ਦੀ ਤਿਆਰੀ ਕਰਵਾ ਕੇ ਭਾਈ ਜੀ ਨੂੰ ਵੀ ਨਾਲ ਜਾਣ ਵਾਸਤੇ ਬਚਨ ਕੀਤਾ। ਗੁਰੂ ਜੀ ਨੇ ਆਪਣੀ ਸਵਾਰੀ ਵਾਸਤੇ ਪ੍ਰਸਾਦੀ ਹਾਥੀ ਮੰਗਾ ਲਿਆ ਅਤੇ ਹਾਥੀ ਉੱਤੇ ਚੜ੍ਹਨ ਸਮੇਂ ਭਾਈ ਜੀ ਦੇ ਮੋਢੇ ਉੱਤੇ ਹੱਥ ਰੱਖ ਕੇ ਜਦ ਪੈਰ ਚੁੱਕਿਆ ਤਾਂ ਭਾਈ ਜੀ ਨੂੰ ਇਉਂ ਜਾਪਿਆ ਕਿ ਉਹਨਾਂ ਉੱਤੇ ਤਰਲੋਕੀ ਦਾ ਭਾਰ ਪੈ ਗਿਆ, ਵੀ ਜਿਵੇਂ ਸਾਰੀ ਦੁਨੀਆ ਦਾ ਭਾਰ ਪੈ ਗਿਆ, ਜਿਸ ਨਾਲ ਭਾਈ ਜੀ ਦੇ ਪੈਰ ਥਿੜਕਣ ਲੱਗ ਪਏ। ਇੰਨੇ ਸਮੇਂ ਵਿੱਚ ਗੁਰੂ ਜੀ ਦੂਜਾ ਪੈਰ ਚੁੱਕਿਆ। ਇੰਨੇ ਸਮੇਂ ਨੂੰ ਦੂਜਾ ਪੈਰ ਚੁੱਕ ਕੇ ਹੌਦੇ ਵਿੱਚ ਬੈਠ ਗਏ ਤੇ ਭਾਈ ਜੀ ਨੇ ਪੈਰ ਸੰਭਾਲੇ। ਫਿਰ ਸਤਿਗੁਰੂ ਜੀ ਨੇ ਭਾਈ ਜੀ ਨੂੰ ਆਪਣੇ ਨਾਲ ਹੀ ਹੌਦੇ ਵਿੱਚ ਬਿਠਾ ਲਿਆ। ਹੌਦਾ ਕਹਿੰਦੇ ਨੇ ਜਿਹੜਾ ਹਾਥੀ ਦੇ ਉੱਤੇ ਕੱਸਿਆ ਜਾਂਦਾ, ਲੱਕੜ ਦਾ ਹੁੰਦਾ। ਫਿਰ ਸਤਿਗੁਰੂ ਜੀ ਨੇ ਭਾਈ ਰਾਮ ਕੁਆਰ ਜੀ ਨੂੰ ਆਪਣੇ ਨਾਲ ਹੀ ਹੌਦੇ ਵਿੱਚ ਬਿਠਾ ਲਿਆ ਤੇ ਸ਼ਿਕਾਰ ਨੂੰ ਚੱਲ ਪਏ।
ਰਸਤੇ ਵਿੱਚ ਗੁਰੂ ਜੀ ਨੇ ਭਾਈ ਰਾਮ ਜੀ ਨੂੰ ਆਖਿਆ, ਕਹਿੰਦੇ ਜੇ ਤੁਹਾਡੇ ਵਰਗੀ ਸਿੱਖੀ ਦੇ ਥੰਮ ਹੀ ਡੋਲ ਜਾਣ ਤਾਂ ਫਿਰ ਹੋਰਨਾਂ ਦੀ ਕਿਹੜੀ ਗੱਲ ਕਰੀਏ। ਜੇ ਇੱਕ ਪੂਰਨ ਗੁਰਸਿੱਖ ਹੀ ਡੋਲ ਜਾਏ, ਕਹਿੰਦੇ ਫਿਰ ਹੋਰ ਕਿਸ ਦੀ ਗੱਲ ਕਰੀਏ। ਭਾਈ ਜੀ ਨੇ ਲਾਜ ਨਾਲ ਅੱਖਾਂ ਨੀਵੀਆਂ ਕਰਕੇ ਆਖਿਆ, ਕਹਿੰਦੇ ਸਤਿਗੁਰੂ ਜੀ ਤੁਹਾਡੀ ਮਾਇਆ ਪ੍ਰਬਲ ਹੈ, ਜਿਸ ਨੇ ਬ੍ਰਹਮਾ ਵਰਗੇ ਦੇਵਤੇ ਵੀ ਭਰਮਾ ਦਿੱਤੇ। ਮੈਂ ਕੌਣ ਵਿਚਾਰਾ ਹਾਂ। ਆਪ ਜੀ ਨੇ ਆਪਣੇ ਬਿਰਧ ਦੀ ਪਾਲਣਾ ਕਰਦੇ ਹੋਏ ਮੇਰੇ ਮਨ ਦਾ ਭਰਮ ਦੂਰ ਕਰ ਦਿੱਤਾ। ਕਹਿੰਦਾ ਮਹਾਰਾਜ ਜੀ ਪਤਲੇ ਜੀ ਨੇ, ਕਹਿੰਦਾ ਐਡਾ ਧੁਣਸ ਭਾਰੀ ਚੱਕ ਲੈਂਦੇ ਹੋਣੇ। ਜਾਂ ਮਹਾਰਾਜ ਜੀ ਨੇ ਫਿਰ ਰੱਖਿਆ ਤੇ ਮੋਢੇ ਦੇ ਹੱਥ ਜਦੋਂ ਹਾਥੀ ਦੇ ਉੱਪਰ ਚੜ੍ਹਨ ਵਾਸਤੇ, ਤਾਂ ਗੁਰਮੁਖ ਪਿਆਰਿਓ ਆਏ ਹੋ ਗਿਆ ਉਹਨੂੰ ਵੀ ਪਤਾ ਨਹੀਂ ਮੇਰੇ ਉੱਤੇ ਤਰਲੋਕੀ ਦਾ ਕਿੰਨਾ ਕੁ ਜ਼ਿਆਦਾ ਵਜਨ ਆ ਗਿਆ, ਪੈਰ ਥੜਕ ਗਏ। ਫਿਰ ਇਸ ਤੋਂ ਬਾਅਦ ਭਾਈ ਰਾਮ ਕੁਆਰ ਜੀ ਨੂੰ ਅੰਮ੍ਰਿਤ ਛਕਣਾ ਇਹ ਸਾਰੇ ਸਿੱਖਾਂ ਵਿੱਚ ਪ੍ਰਸਿੱਧ ਸੀ ਕਿ ਬਾਬਾ ਬੁੱਢਾ ਜੀ ਦੀ ਬੰਸ ਦਾ ਸਤਿਗੁਰੂ ਜੀ ਬਹੁਤ ਸਤਿਕਾਰ ਕਰਦੇ ਸਨ। ਇਹ ਭਾਈ ਰਾਮ ਕੁਆਰ ਜੀ ਬਾਬਾ ਬੁੱਢਾ ਜੀ ਦੀ ਬੰਸ ਦੇ ਵਿੱਚੋਂ ਸਨ। ਇਹਦਾ ਸਤਿਗੁਰੂ ਜੀ ਬਹੁਤ ਸਤਿਕਾਰ ਕਰਦੇ ਸਨ। ਜਿਹੜੀ ਸੰਗਤ ਬਾਹਰੋਂ ਆਉਂਦੀ ਸੀ, ਸਤਿਗੁਰੂ ਜੀ ਦੀ ਪਹੁਲ ਲਵੋ। ਸਤਿਗੁਰੂ ਜੀ ਉਸ ਨੂੰ ਉਪਦੇਸ਼ ਕਰਦੇ ਸਨ ਕਿ ਤੇੜ ਕਸਹਿਰਾ ਪਹਿਨੋ, ਸਿਰ ਤੇ ਕੇਸ ਰੱਖੋ ਤੇ ਖੰਡੇ ਦੀ ਪਹੁਲ ਲਵੋ। ਇਸ ਤਰ੍ਹਾਂ ਰਹਿਤ ਸਹਿਤ ਹੋ ਕੇ ਸ਼ਾਸਤਰ ਧਾਰਨ ਕਰੋ। ਇਸ ਪ੍ਰੀਤ ਕੋ ਸਿੱਖਾਂ ਨੇ ਵਿਚਾਰਿਆ ਕਿ ਇਹ ਗੱਲ ਗੁਰੂ ਜੀ ਭਾਈ ਰਾਮ ਕੁਆਰ ਜੀ ਨੂੰ ਕਿਉਂ ਨਹੀਂ ਆਖਦੇ। ਭਾਈ ਜੀ ਦੇ ਸਿਰ ਉੱਤੇ ਆਪ ਜੀ ਨੇ ਕੇਸ ਰਖਵਾਏ ਹਨ ਤੇ ਤੇੜ ਕਸਹਿਰਾ ਪਵਾਇਆ ਹੈ, ਨਾ ਹੀ ਖੰਡੇ ਦੀ ਪਹੁਲ ਦਿੱਤੀ ਹੈ। ਸਿੰਘ ਤਰਾਜ ਲਾਗੇ ਕਰਨ, ਕਹਿੰਦੇ ਭਾਈ ਰਾਮ ਕੁਆਰ ਜੀ ਨੂੰ ਨਾ ਸਿਰ ਤੇ ਕੇਸ ਰਖਾਏ ਨੇ ਤੇ ਨਾ ਕਸਹਿਰਾ ਪਵਾਇਆ ਹੈ, ਨਾ ਪੰਜਕ ਕਰ ਪਵਾਏ ਨੇ, ਨਾ ਹੀ ਕਹਿੰਦੇ ਖੰਡੇ ਵਾਟੇ ਦੀ ਪੌਲ ਦਿੱਤੀ ਹੈ। ਇਸ ਦਾ ਕੀ ਕਾਰਨ ਹੈ? ਇੱਕ ਦਿਨ ਕੁਝ ਸਿੰਘਾਂ ਨੇ ਇਕੱਠੇ ਹੋ ਕੇ ਗੁਰੂ ਜੀ ਤੋਂ ਪੁੱਛ ਹੀ ਲਿਆ ਕਿ ਸੱਚੇ ਪਾਤਸ਼ਾਹ ਭਾਈ ਰਾਮ ਕੁਆਰ ਜੀ ਜੋ ਸਿੱਖਾਂ ਦੇ ਮੁਖੀ ਹਨ ਅਤੇ ਇਹਨਾਂ ਉੱਤੇ ਤੁਹਾਡੀ ਮਹਾਨ ਕਿਰਪਾ ਹੈ, ਇਹਨਾਂ ਉੱਤੇ ਤੁਹਾਡੀ ਮਹਾਨ ਕਿਰਪਾ ਹੈ, ਰਹਿਮਤ ਹੈ। ਤਾਂ ਗੁਰਮੁਖ ਪਿਆਰਿਓ, ਜਿਸ ਉੱਤੇ ਸਿਰ ਉੱਤੇ ਕੇਸ ਕਿਉਂ ਨਹੀਂ ਰੱਖਦੇ, ਇਹ ਸਾਡਾ ਸੰਸਾਰ ਨਿਵਰਤ ਕਰੋ ਜੀ। ਮਹਾਰਾਜ ਜੀ ਨੂੰ ਬੇਨਤੀ ਕੀਤੀ ਸਿੰਘਾਂ ਨੇ। ਸਤਿਗੁਰੂ ਜੀ ਨੇ ਸਿੰਘਾਂ ਦੀ ਇਹ ਬੇਨਤੀ ਸੁਣ ਕੇ ਭਾਈ ਰਾਮ ਕੁਆਰ ਜੀ ਵੱਲ ਵੇਖ ਕੇ ਹੱਸ ਕੇ ਕਿਹਾ ਕਿ ਸਿੱਖਾਂ, ਇਹ ਵਿਚਾਰ ਠੀਕ ਹੈ ਕਿ ਇਹਨਾਂ ਨੂੰ ਕੇਸ ਰੱਖਣੇ ਚਾਹੀਦੇ ਹਨ, ਪਰ ਇਹਨਾਂ ਦੇ ਸਿਰ ਤੇ ਕੇਸ ਸਦਾ ਅੰਦਰ ਨੂੰ ਵੱਧਦੇ ਨੇ। ਕਹਿੰਦੇ ਇਹਨਾਂ ਦੇ ਕੇਸ ਸਦਾ ਅੰਦਰ ਨੂੰ ਵੱਧਦੇ ਨੇ। ਤੇ ਹੋਰਨਾਂ ਦੇ ਉੱਪਰ ਨੂੰ, ਕਹਿੰਦੇ ਜਿਸ ਕਰਕੇ ਹੋਰ ਸਾਰਿਆਂ ਦੇ ਕੇਸ ਤਾਂ ਦਿਸਦੇ ਹਨ, ਇਹਨਾਂ ਦੇ ਕੇਸ ਨਹੀਂ ਦਿਸਦੇ। ਸਤਿਗੁਰੂ ਜੀ ਨੇ ਇਉਂ ਬਚਨ ਸੁਣਾ ਕੇ ਭਾਈ ਰਾਮ ਕੁਆਰ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਮੈਨੂੰ ਵੀ ਅੰਮ੍ਰਿਤ ਛਕਾ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ
ਮੈਨੂੰ ਵੀ ਅੰਮ੍ਰਿਤ ਛਕਾ ਦਿਓ, ਅੰਮ੍ਰਿਤ ਛਕਾ ਕੇ ਆਪਣੇ ਨਿਜ ਰੂਪ ਖਾਲਸੇ ਵਿੱਚ ਮੇਲ ਲਵੋ। ਮੈਂ ਆਪ ਜੀ ਦੇ ਖਾਲਸੇ ਤੋਂ ਵੱਖਰਾ ਨਹੀਂ ਰਹਿਣਾ ਚਾਹੁੰਦਾ। ਭਾਈ ਜੀ ਦੀ ਬੇਨਤੀ ਪ੍ਰਵਾਨ ਕਰਕੇ ਆਪ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਨਾਮ ਭਾਈ ਗੁਰਬਖਸ਼ ਸਿੰਘ ਰੱਖਿਆ। ਜੇ ਤੋਂ ਉਪਰੰਤ ਭਾਈ ਜੀ ਨੇ ਸਿੱਖੀ ਰਹਿਣੀ ਬਹਿਣੀ ਵਿੱਚ ਪ੍ਰਲੋਕ ਹੋਏ, ਰਹਿਣੀ ਬਹਿਣੀ ਦੇ ਵਿੱਚ ਪਰਪੱਕ ਹੋਏ ਤੇ ਅਨੇਕਾਂ ਸਿੱਖਾਂ ਨੂੰ ਅੰਮ੍ਰਿਤਧਾਰੀ ਕਰਕੇ ਖਾਲਸਾ ਸਜਾਇਆ। ਤਾਂ ਗੁਰਮੁਖ ਪਿਆਰਿਓ, ਅੱਗੇ ਭਾਈ ਜੋਗੇ ਦਾ ਇਤਿਹਾਸ ਆਉਂਦਾ ਹੈ। ਇੱਕ ਜੋਗੇ ਨਾਮ ਦਾ 12-13 ਸਾਲ ਦਾ ਲੜਕਾ ਆਪਣੇ ਪਿਤਾ ਮਾਤਾ ਦੇ ਨਾਲ ਪਸੌਰ ਦੀ ਸੰਗਤ ਨਾਲ ਮਿਲ ਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਅਨੰਦਪੁਰ ਸਾਹਿਬ ਆਇਆ। ਇੱਕ ਦਿਨ ਗੁਰੂ ਜੀ ਨੇ ਵੇਖਿਆ ਕਿ ਇਹ ਲੜਕਾ ਬੜੇ ਪ੍ਰੇਮ ਨਾਲ ਸੰਗਤ ਦੀ ਸੇਵਾ ਕਰਦਾ ਤੇ ਫਿਰ ਬੜਾ ਮਗਨ ਹੋ ਕੇ ਦੀਵਾਨ ਵਿੱਚ ਕਥਾ ਵੀ ਸੁਣਦਾ, ਕੀਰਤਨ ਸੁਣਦਾ ਤੇ ਉਪਦੇਸ਼ ਸੁਣਦਾ ਹੈ। ਆਪ ਜੀ ਨੇ ਉਸ ਨੂੰ ਆਪਣੇ ਪਾਸ ਸੱਦ ਕੇ ਪੁੱਛਿਆ, ਕਾਕਾ ਤੇਰਾ ਨਾਮ ਕੀ ਹੈ? ਜੋਗੇ ਨੇ ਹੱਥ ਜੋੜ ਕੇ ਕਿਹਾ, ਮੈਂ ਤੁਹਾਡੇ ਜੋਗਾ ਹਾਂ। ਮਹਾਰਾਜ ਨੇ ਪੁੱਛਿਆ, ਕਾਕਾ ਤੇਰਾ ਨਾਮ ਕੀ ਹੈ? ਇਸੇ ਨੇ ਹੱਥ ਜੋੜ ਕੇ ਕਿਹਾ, ਮੇਰਾ ਨਾਮ ਜੋਗਾ ਹੈ। ਗੁਰੂ ਜੀ ਨੇ ਫੇਰ ਫਰਮਾਇਆ, ਕਹਿੰਦੇ ਤੂੰ ਕਿਹਦੇ ਜੋਗਾ ਹਾਂ? ਤੂੰ ਕਿਸ ਜੋਗਾ ਹੈ? ਜੋਗੇ ਨੇ ਕਿਹਾ, ਜੀ ਮੈਂ ਤੁਹਾਡੇ ਜੋਗਾ ਹਾਂ। ਗੁਰੂ ਜੀ ਨੇ ਫੇਰ ਫਰਮਾਇਆ, ਕਹਿੰਦੇ ਅੱਛਾ, ਜੇ ਤੂੰ ਸਾਡੇ ਜੋਗਾ ਹੈ ਤਾਂ ਫਿਰ ਅਸੀਂ ਤੇਰੇ ਜੋਗੇ ਹਾਂ। ਆਖੋ ਸਤਨਾਮ। ਕਹਿੰਦੇ ਅੱਜ ਤੋਂ ਤੇਰੇ ਜੋਗੇ ਹੋਇਆ ਸੀ। ਜਦ ਹੋਰ ਸੰਗਤ ਵਾਪਸ ਪਸੌਰ ਨੂੰ ਚਲੀ ਗਈ ਤਾਂ ਜੋਗੇ ਨੂੰ ਸਤਿਗੁਰੂ ਜੀ ਨੇ ਆਪਣੇ ਪਾਸ ਹੀ ਰੱਖ ਲਿਆ ਅਤੇ ਅੰਮ੍ਰਿਤ ਛਕਾ ਕੇ ਨਾਮ ਜੋਗਾ ਸਿੰਘ ਰੱਖ ਦਿੱਤਾ। ਭਾਈ ਜੋਗਾ ਸਿੰਘ ਗੁਰੂ ਜੀ ਦੇ ਬੜੀ ਪ੍ਰੇਮਮਈ ਸ਼ਰਧਾ ਨਾਲ ਸੇਵਾ ਕਰਦਾ ਸੀ। ਹਰ ਇੱਕ ਹੁਕਮ ਨੂੰ ਬੜੇ ਢੰਗ ਦੇ ਨਾਲ, ਪ੍ਰੇਮ ਦੇ ਨਾਲ ਮੰਨਦਾ ਸੀ। ਬੜਾ ਹੁਕਮ ਸਤਿਗੁਰੂ ਜੀ ਦਾ ਭਾਈ ਜੋਗਾ ਮੰਨਦਾ। ਹੁਣ ਗੁਰੂ ਜੀ ਦੇ ਚਰਨਾਂ ਦੇ ਵਿੱਚ ਜੋਗਾ ਰਹਿ ਕੇ ਸੇਵਾ ਕਰਦਾ, ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ। ਹਰ ਕੰਮ ਦੇ ਵਿੱਚ ਮਹਾਰਾਜ ਜੀ ਨੇ ਉਹਨੂੰ ਨਿਪੁੰਨ ਕਰ ਦਿੱਤਾ, ਭਾਵ ਕਿ ਹਰ ਕੰਮ 'ਚ ਪੱਕਾ ਕਰ ਦਿੱਤਾ। ਗੁਰਬਾਣੀ ਪੜ੍ਹਦਾ ਬੜੇ ਪਿਆਰ ਦੇ ਨਾਲ, ਤਾਂ ਗੱਤਕਾ ਖੇਡਦਾ ਬੜੇ ਪਿਆਰ ਦੇ ਨਾਲ, ਬੜਾ ਵਧੀਆ। ਸ਼ਸਤਰ ਚਲਾਉਂਦਾ ਬੜੇ ਪ੍ਰੇਮ ਦੇ ਨਾਲ, ਘੋੜ ਸਵਾਰ ਕਰਦਾ ਬੜੇ ਪ੍ਰੇਮ ਦੇ ਨਾਲ। ਹੁਕਮ ਮੰਨਣ ਦੇ ਵਿੱਚ ਸਭ ਤੋਂ 1 ਨੰਬਰ ਤੇ ਭਾਈ ਜੋਗਾ ਸੀ। ਗੁਰੂ ਜੀ ਦਾ ਹੁਕਮ ਮੰਨਣ 'ਚ ਪਹਿਲੇ ਨੰਬਰ ਤੇ ਭਾਈ ਜੋਗਾ ਸੀ। ਇਹ ਗੁਰੂ ਜੀ ਦਾ ਹੁਕਮ, ਜੋ ਵੀ ਹੁਕਮ ਗੁਰੂ ਜੀ ਕਰਦੇ ਉਹਨੂੰ ਤਤ ਸਿਨ ਹੀ ਮੰਨਦਾ ਸੀ। ਕੋਈ ਕਮੀ ਪੇਸ਼ੀ, ਕੋਈ ਦੇਰੀ ਨਹੀਂ ਲਾਉਂਦਾ। ਹੁਣ ਗੁਰੂ ਜੀ ਦੇ ਕੋਲ ਭਾਈ ਜੋਗਾ ਰਹਿੰਦਾ, ਸਾਰੇ ਕੰਮਾਂ ਦੇ ਵਿੱਚ ਮਹਾਰਾਜ ਜੀ ਨੇ ਪਰਪੱਕ ਕਰ ਦਿੱਤਾ। ਘੋੜ ਸਵਾਰੀ ਬਹੁਤ ਵਧੀਆ ਸਿਖਾ ਦਿੱਤੀ ਹੈ। ਗੁਰਬਾਣੀ ਪੜ੍ਹਨੀ, ਵਿਦਿਆ ਪੜ੍ਹਨੀ, ਸ਼ਾਸਤਰ ਵਿਦਿਆ, ਅਸਤਰ ਵਿਦਿਆ, ਸਾਰੇ ਕੰਮਾਂ ਦੇ ਵਿੱਚ ਸੰਪੂਰਨ ਕਰ ਦਿੱਤਾ। ਮਹਾਰਾਜ ਜੀ ਨੇ ਐਸੀ ਕਿਰਪਾ ਕਰ ਦਿੱਤੀ। ਇੱਕ ਦਿਨ ਫਿਰ ਪਸੌਰ ਤੋਂ ਸੰਗਤ ਆਈ
संगत ने आन के बेनती की, सतगुरु जे तुहाडी आग्या होवे असी जोगे नूं अपने घर लै जाइए, दी मंगनी कर दीए, ब्याह कर दीए। सतगुरु कलगीधर पातशाह गुरु गोबिंद सिंह महाराज जी कहन लगे, भाई ये गल तां जोगे नूं पुछना पेगा, कोई नहीं बुला के पुछ लैने आ। संगत होर भी खड़ी, परिवार खड़ा जोगे दा। तां हुण सिंह दी ड्यूटी ला दी, कहते जाओ भाई जोगे नूं बुला के लेके आओ। भाई जोगे नूं बुलाउण वास्ते सिंह चले गए। तां जोगे नूं कहण लगे, जोगिया तैनूं सतगुरु कलगीधर पातशाह गुरु गोबिंद सिंह महाराज जी ने बुलाया है। तेनू सतगुरु जी ने बुलाया है, आ साडे नाल चल। जोगा कहन लगा कि मैं सत वचन चलो। तां हुण गुरमुख प्यारिओ उस ਸਿੰਘਾਂ ਦੇ नाल जोगा गुरु जी के चरणों के विच आया। ते आके जो माता पिता वेखे तां गुरमुख प्यारिओ जोगे ने सतगुरु कलगीधर पातशाह गुरु गोबिंद सिंह महाराज जी नूं नमस्कार की है। महाराज जी कहते, जोगिया भाई तेरे माता पिता आए ने, तेरे माता पिता आए ने, ये तेनों ले जाने वास्ते कहते ने, तेरी की राय है? ये तेरी शादी करन नूं कहते ने, ब्याह कराउण वास्ते तेरी की राय आ? इत्थे भाई जोगा चुप कर गया। तां गुरमुख प्यारे सतगुरु जी समझ गए भी इहदा ब्याह कराउण दे विच मन है, क्योंकि जिहड़े सतगुरु जी दे कोल सिंह रहिंदे सी उन्हां नूं सतगुरु जी पुछया करदे सी भी ये दसो भी बिहंगम रहना या गृहस्थी बनना। जे गृहस्थी बनना तो गृहस्थ दे विच परपक्क रहना पवेगा, जे बिहंगम बनना तो बिहंग पने दे विच परपक्क रहना पवेगा। ये सतगुरु जी पुछया करदे सी। तां गुरमुख प्यारो भाई जोगे नूं पुछया गया, कहने जोगिया ब्याह कराउणा या फिर बिहंगम रहना? इत्थे भाई जोगा चुप कर गया। चुप दा मतलब भी उहदी राय आ, संघ दा महाराज सामने बोल नहीं सकिया। जे ब्याह ना कराउणा हुंदा तां उसने कहना सी महाराज जी मैं नहीं कराना, फिर उन्हें कह देना सी भी मैं ब्याह नहीं करवाना। महाराज जी अंतरजामी सतगुरु जान गए भी दी इच्छा है। गृहस्थ नूं प्रधानता दित्ती है सतगुरु जी ने, गृहस्थ नूं प्रधानता दित्ती है। तां हुण कलगीधर पातशाह गुरु गोबिंद सिंह महाराज जी कहन लगे, कहते भाई तुसी जोगे नूं लै जाओ। जोगिया तू अपने माता पिता दे नाल चलिया जा। सतवचन महाराज महाराज जी कहते जब जान लगे जोगा ना, कहते जोगिया एक गल का ख्याल रखी, देखी किते भुल ना जाई
किते भुल ना जाई, किते कम्मां कारां दे विच जाके बचन याद रखी। तेरे नाल बचन होया सी, तू आख्या सी गुरु जोगा हाँ, असीं तुहानूं आख्या सी भी गुरु तेरे जोगा है। आउंदा जांदा रहा करी, कहंदा जी सत वचन। हुण चल पिया भाई जोगा अपने पिंड पसावर, माता पिता दे नाल घर चलिया गया। हौली हौली समा पा के तैयारियां होनियां शुरू हो गई। मंगनी हो गई, मंगनी होई तो इधरों बरात का समा भी छेतियो आ गया। रब परखदा अपने भगतां प्यारे नूं ला ला के कसवटियां, कदे परखदा आरियां थल्ले, कदे परखदा देगां विच वाल के, कदे परखदा सिरां ते रंबियां चला के। वो परख भी करदा है। हुण भाई जोगे दी परख भी होनी सी। भाई जोगे दी परख भी होनी सी। वो परख करदा है, कसवटी लांदा है। कसवटी दे विचों फिर बिरले बिरले पार उतरदे ने, बिरले बिरले पास हुंदे ने। तां गुरमुख प्यारिओ, गुरबाणी पढ़दे आपां कहने जी बाबा जी नींद बड़ी आउंदी है जी, एक कसवटी हुंदी आ, जिहड़ा पार कर गया बस बड़ी सुस्ती पैंदी है जी। कई मेरे वर्गा उरे बैठा हुंदा ऊँघी जांदा, सुस्ती पैंदी आ। एक कसवटियां हुंदियां ने, रब परखदा हुंदा। घरे इत्थों उठ के घरे नूं चले जाने आ, जद घरे पहुँचदे मंजे दे करदे फिर नींद नहीं आउंदी। आखो सतनाम। ये हुंदा बहुत तरह के कसवटी लाते हैं। सतगुरु परख के देखदा, बार बार परख के देखदा, बार बार परख के देखदा। भाई जोगिया चले आ, देखी किते भुल ना जाई, चेता रखी। कहता सत वचन महाराज। सारा मंगनी हो गई, सब कुछ हो गया, बरात का समा आ गया। बस फिर सतगुरु जी ने हुण देखिया परख के जोगे नूं भी हुण देखदे परख के समा होना, बचन ते खड़दा है जां नहीं खड़दा। तां गुरमुख प्यारिओ, इधरों बरात की तैयारी हो रही है, इधरों कलगीधर पातशाह ने फिर परचा पा दिता, परख पा दी। परख की पाई, एक सिख नूं चिट्ठी लेके दे दिती। वो चिट्ठी दे विच लिखिया, भाई जोगिया जे खड़ा जे बैठा है तां खड़ा हो जा, जे खड़ा है तां जोड़ा पा के रकाब घोड़े उत्ते चढ़ के सीधा आनंदपुर साहब नूं आ जा। तेरी बहुत सख्त तो सख्त, सख्त तो सख्त लोड़ है, एट ए टाइम लोड़ है। देर नहीं करनी, ढिल नहीं करनी। ये चिट्ठी दे उत्ते लिख के दे दिता। तां गुरमुख प्यारिओ, चिट्ठी उत्ते लिख के दे दिता। कहंदे लै सिखा, ये चिट्ठी उदों फड़ाउणी है जदों दो लावां दे पाठ हो जाण, दो रहिंदियां होण ते दो हो जाण, उदों चिट्ठी भाई जोगे नूं फड़ा देनी। सत वचन महाराज। इधरों बरात चल के भाई जोगे दे सहुरे घर वल नूं चल पई। तां गुरमुख प्यारिओ, इधरों भाई वो गुरसिख जिहड़ा गुरु गोबिंद सिंह महाराज जी ने चिट्ठी दे के भेजिया, इधरों चल पिया। अगे लामा अमृत वेले हुंदियां सी। अमृत वेले
4 ਵਜੇ ਲਾਵਾਂ शुरू हो ਜਾਂਦੀਆਂ ਸੀ। ਇਹ ਕਾਰਜ ਅੰਮ੍ਰਿਤ ਵੇਲੇ ਦਾ ਕਰਨ ਵਾਲਾ ਸੀ, ਪਰ ਹੁਣ ਸਾਰੇ ਸਿਸਟਮ ਗਲਤ ਹੋ ਗਿਆ। ਹੁਣ ਸਿਸਟਮ ਦੁਨੀਆ ਨੇ ਲੋਕਾਂ ਨੇ ਹਿਲਾ ਕੇ ਰੱਖ ਦਿੱਤਾ। ਤਾਂ ਗੁਰਮੁਖ ਪਿਆਰੇ, ਜਿਹੜਾ ਖੁਸ਼ੀ ਦਾ ਮਾਹੌਲ ਹੁੰਦਾ ਉਹ 12 ਵਜੇ ਤੋਂ ਪਹਿਲਾਂ ਪਹਿਲਾਂ ਮਰਿਆਦਾ ਇਹ ਵੀ 12 ਵਜੇ ਤੋਂ ਪਹਿਲਾਂ ਪਹਿਲਾਂ ਹੋ ਜਾਣਾ ਚਾਹੀਦਾ। ਤੇ ਜਿਹੜਾ ਗਮੀ ਦਾ ਪ੍ਰੋਗਰਾਮ ਹੁੰਦਾ ਉਹ 12 ਵਜੇ ਤੋਂ ਬਾਅਦ ਆਰੰਭ ਹੁੰਦਾ। ਭਾਵੇਂ ਅਖੰਡ ਪਾਠ ਸਾਹਿਬ ਆ ਤਾਂ 12 ਵਜੇ ਤੋਂ ਬਾਅਦ ਆਰੰਭ ਸਹਿਜ ਪਾਠ ਹੋਵੇ। ਚਾਹੇ ਜਿਹੜਾ ਖੁਸ਼ੀ ਦਾ ਪ੍ਰੋਗਰਾਮ ਆ ਉਹ 12 ਵਜੇ ਤੋਂ ਪਹਿਲਾਂ ਪਹਿਲਾਂ ਕੀਤਾ ਜਾਂਦਾ। ਇਹ ਮਰਿਆਦਾ ਸਤਿਗੁਰੂ ਜੀ ਦੀ ਪ੍ਰਚਲਿਤ ਕੀਤੀ ਹੋਈ ਆ ਪੁਰਾਤਨ। ਹੁਣ ਕੰਮ ਉਲਟਾ ਹੋ ਗਿਆ। ਹੁਣ ਸਹਿਜ ਪਾਠ ਮਰਗਤ ਦਾ ਆਉਂਦਾ, ਭੋਗਾ 8 ਵਜੇ ਪਾਉਣੇ। ਆਖੋ ਸਤਨਾਮ। ਬਾਬਾ ਜੀ ਪਾ ਦਿਓ ਬਸ ਭੋਗ ਫਟਾਫਟ ਜੀ, ਮਹਾਰਾਜ ਲੈ ਚੱਲੀਏ ਗੁਰਦੁਆਰੇ, ਫਿਰ ਦੇਖਾਂਗੇ ਬਾਅਦ 'ਚ ਉੱਥੇ ਰੋਟੀ ਪਾਣੀ ਦਾ। ਸਾਡੇ ਵਰਗੇ ਵੀ ਫਸੇ ਜੇ ਮਾਰ ਖਾ ਜਾਂਦੇ ਨੇ, ਫਿਰ ਕੀ ਕਰੀਏ। ਤਾਂ ਗੁਰਮੁਖ ਪਿਆਰਿਓ, ਇਹ ਜਿਹੜਾ ਭੋਗ ਹੁੰਦਾ ਮਰਗਤ ਦਾ, ਇਹ 12 ਵਜੇ ਤੋਂ ਬਾਅਦ ਪੈਣਾ ਚਾਹੀਦਾ। ਤੇ ਜਿਹੜਾ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਉਹ ਅਸੀਂ 12 ਵਜੇ ਤੋਂ ਬਾਅਦ ਟਪਾ ਦਿੰਦੇ। ਆਖੋ ਸਤਨਾਮ। ਹੁਣ ਆਨੰਦ ਕਾਰਜ ਬਰਾਤ ਇੱਕ ਦਿਨ ਪਹਿਲਾਂ ਤੁਰ ਪੈਂਦੀ ਸੀ। ਰਾਤ ਨੂੰ ਬਰਾਤ ਰਹਿੰਦੀ ਤੇ ਸਵੇਰੇ ਸਾਜਰੇ 2 ਵਜੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਤੇ 4 ਵਜੇ ਲਾਵਾਂ ਸ਼ੁਰੂ ਹੋ ਜਾਂਦੀਆਂ ਸਨ। ਆਖੋ ਸਤਨਾਮ। ਹੁਣ ਹੌਲੀ 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 ਘਟਦਾ ਕੰਮ ਦੇਖ ਲਓ ਕਿੱਥੇ ਪਹੁੰਚ ਗਿਆ। ਹੁਣ ਉਹੀ 3-4 ਵੱਜਦੇ ਨੇ ਨਾ। ਫਰਕ ਬਸ ਐਡੀ ਆ, ਉਹ ਸਵੇਰੇ ਵੱਜਦੇ ਸੀ, ਇਹ ਦੁਪਹਿਰ ਦੇ ਵੱਜਦੇ ਨੇ। ਹੈ ਟਾਈਮ ਉਹੀ ਹੈ 3-4 ਵਜੇ ਦਾ, ਪਰ ਮਾਣ ਮਰਿਆਦਾ ਨਹੀਂ ਰਹਿੰਦੀ ਹੈ। ਸਾਰੀ ਰਾਤ ਡੀਜੇ ਤੇ ਨੱਚੀ ਜਾਂਦੇ ਨੇ, ਸ਼ਰਾਬਾਂ ਪੀ ਜਾਂਦੇ ਨੇ। ਫਿਰ ਕਿਸੇ ਨੂੰ ਕੰਘਾ ਨਹੀਂ ਮਿਲਿਆ ਬਾਲ ਵਾਉਣ ਵਾਸਤੇ, ਕਿਸੇ ਨੂੰ ਪੱਗ ਨਹੀਂ ਲੱਭੀ, ਕਿਸੇ ਨੂੰ ਨਹਾਉਣ ਵਾਸਤੇ ਬਾਥਰੂਮ ਦੇ ਵਿੱਚ ਜਗ੍ਹਾ ਨਹੀਂ ਮਿਲੀ, ਕਿਉਂਕਿ ਰਿਸ਼ਤੇਦਾਰ ਆ ਜਾਂਦੇ ਨੇ, ਕਦੇ ਕੋਈ ਵੜ ਗਿਆ ਕਦੇ ਕੋਈ ਵੜ ਗਿਆ, ਟਾਈਮ ਲੱਗ ਜਾਂਦਾ। ਕਦੇ ਕੋਈ ਪ੍ਰਾਹੁਣਾ ਹੀ ਰੁੱਸ ਗਿਆ, ਉਹਨੂੰ ਮਨਾਉਣ ਲੱਗ ਜਾਂਦੇ ਆ, ਕੋਈ ਰਿਸ਼ਤੇਦਾਰ ਰੁੱਸ ਗਿਆ, ਐਂ ਸਮਾਂ ਬਰਬਾਦ ਹੋ ਜਾਂਦਾ। ਚੱਲਦੇ ਕਿੰਨੇ ਵਜੇ, ਫਿਰ 12 ਵਜੇ ਇੱਥੇ ਫਿਰੀ ਜਾਂਦੇ। ਆਖੋ ਸਤਨਾਮ। ਫਿਰ ਅਗਲਾ ਕਹਿੰਦਾ ਚਾਹ ਪਾਣੀ ਵੀ ਪੀਣੀ ਆ ਭਾਈ। ਫਿਰ ਉੱਥੇ ਟਾਈਮ ਲੱਗਦਾ, ਕਦੇ ਇੱਧਰ ਨੂੰ ਫੋਟੋ ਜੀ ਖਿੱਚ ਲਈ ਟੇਢੀ ਜੀ ਕਰਕੇ, ਕਦੇ ਇੱਧਰ ਨੂੰ ਖਿੱਚ ਲਈ, ਕਦੇ ਕਿਵੇਂ ਉਹੀ 3 ਵਜਾ ਦਿੰਦੇ ਨੇ ਸ਼ਾਮ ਦੇ। ਹੁਣ ਭਾਈ ਜੋਗੇ ਦੀਆਂ ਲਾਵਾਂ ਜਿਹੜੀਆਂ ਅੰਮ੍ਰਿਤ ਵੇਲੇ ਹੋਈਆਂ, ਤਿਆਰੀ ਬਰ ਤਿਆਰੀ ਹੋ ਕੇ ਉਧਰੋਂ ਸਿੱਖ ਵੀ ਪਹੁੰਚਿਆ ਹੋਇਆ ਸੀ। ਮਹਾਰਾਜ ਜੀ ਕਹਿੰਦੇ ਉਦੋਂ ਫੜਾਣੀ ਹੈ ਚਿੱਠੀ, ਜਦੋਂ 2 ਲਾਵਾਂ ਹੋ ਜਾਣ ਤੇ 2 ਰਹਿੰਦੀਆਂ ਹੋਣ। ਸਤ ਵਚਨ ਮਹਾਰਾਜ। ਤਾਂ ਗੁਰਮੁਖ ਪਿਆਰਿਓ, 2 ਲਾਵਾਂ ਦੇ ਪਾਠ ਹੋ ਚੁੱਕੇ। ਭਾਈ ਜੋਗੇ ਨੂੰ ਉਹ ਗੁਰਸਿੱਖ ਨੇ ਚਿੱਠੀ ਫੜਾ ਦਿੱਤੀ। ਜਦੋਂ ਜੋਗੇ ਨੂੰ ਚਿੱਠੀ ਫੜਾਈ, ਉਹ ਫੜ ਕੇ ਆਪਣੇ ਗੀਜੇ ਦੇ ਵਿੱਚ ਪਾਉਣ ਲੱਗਿਆ। ਗੁਰਸਿੱਖ ਕਹਿਣ ਲੱਗਾ, ਉਹ ਭਾਈ ਜੋਗਿਆ, ਇਹ ਚਿੱਠੀ ਨੂੰ ਗੀਜੇ ਦੇ ਵਿੱਚ ਨਾ ਪਾ, ਇਹਨੂੰ ਪੜ੍ਹ ਲਾ। ਤਾਂ ਗੁਰਮੁਖ ਪਿਆਰੇ, ਤੀਸਰੀ ਲਾਮ ਹਜੇ ਹੋਣੀ ਸੀ। ਭਾਈ ਜੋਗਾ ਹਜੇ ਬੈਠਾ, ਜਦੋਂ ਚਿੱਠੀ ਪੜ੍ਹੀ, ਭਾਈ ਜੋਗਿਆ ਜੇ ਬੈਠਾ ਹੈ ਤਾਂ ਖੜਾ ਹੋ ਜਾ, ਜੇ ਖੜਾ ਹੈ ਤਾਂ ਸਿੱਧਾ ਘੋੜੇ ਤੇ ਪਲਾਕੀ ਮਾਰ ਕੇ ਸਿੱਧਾ ਆਨੰਦਪੁਰ ਸਾਹਿਬ ਨੂੰ ਆ ਜਾ। ਐਟ ਏ ਟਾਈਮ ਆ ਜਾ, ਤੇਰੀ ਬਹੁਤ ਸਖਤ ਲੋੜ ਹੈ।
ਉਸੇ ਸਮੇਂ ਭਾਈ ਜੋਗਾ ਖੜਾ ਹੋ ਗਿਆ। ਜਦੋਂ ਖੜਾ ਹੋਇਆ ਲੜ ਛੱਡ ਕੇ, ਪੱਲਾ ਛੱਡ ਕੇ, ਸਾਰੇ ਹੀ ਹੈਰਾਨ ਹੋ ਗਏ। ਆਖੋ ਸਤਨਾਮ। ਹੈਰਾਨ ਹੋ ਗਏ ਸਾਰੇ ਵੀ, ਇਹ ਕੀ ਹੋ ਗਏ ਜੋਗੇ ਨੂੰ। ਇਹ ਚਿੱਠੀ ਜੀ ਪੜ੍ਹੀ ਇਹਨੇ, ਇਹ ਪੜ੍ਹ ਕੇ ਕੀ ਹੋ ਗਿਆ ਇਹਨੂੰ। ਉਹ ਕਹਿਣ ਲੱਗੇ, ਉਹ ਜੋਗਿਆ ਤੈਨੂੰ ਕੀ ਹੋ ਗਿਆ, ਤੂੰ ਖੜਾ ਹੋ ਗਿਆ, ਲਾਵਾਂ ਜੇ ਰਹਿੰਦੀਆਂ ਨੇ। ਉਹ ਕਹਿੰਦਾ ਵੀ ਮੈਨੂੰ ਮੇਰੇ ਗੁਰੂ ਦਾ ਇਲਾਹੀ ਹੁਕਮ ਆ, ਮੈਨੂੰ ਗੁਰੂ ਦਾ ਹੁਕਮ ਹੈ, ਮੈਨੂੰ ਹੁਣੀ ਹੀ ਜਾਣਾ ਪਵੇਗਾ। ਆਖੋ ਸਤਨਾਮ। ਉਹ ਕਹਿੰਦੇ ਬਾਗ ਜੀ ਕਿਤੇ ਆਨੰਦਪੁਰ, ਕਹਿੰਦੇ ਕਿਤੇ ਗੁਰੂ ਭੱਜਣ ਦਾ ਨਹੀਂ ਲੱਗਿਆ, ਕਿਤੇ ਐਂ ਬੋਲੇ। ਕਹਿੰਦੇ ਬਾਗ ਜੀ ਗੁਰੂ ਕਿਤੇ ਜਾਣ ਥੋੜੂ ਲੱਗਾ, ਲਾਵਾਂ ਦਾ ਪਾਠ ਹੋ ਜਾਏਗਾ, ਲੜਕੀ ਆਪਾਂ ਘਰੇ ਲੈ ਜਾਈਏ ਤੇ ਫਿਰ ਚਲਿਆ ਜਾਈ। ਉਹ ਕਹਿੰਦਾ ਨਹੀਂ ਵੀ ਹੁਕਮ 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 ਹੈ। ਗੁਰਸਿੱਖ ਲਈ ਗੁਰਮੁਖ ਪਿਆਰੇ ਗੁਰੂ ਦਾ ਹੁਕਮ ਜ਼ਰੂਰੀ ਹੁੰਦਾ ਹੈ। ਜਿਹੜਾ ਗੁਰਸਿੱਖ ਆ ਉਹਦੀ ਗੱਲ ਕਰਦਾ ਮੈਂ। ਜੇ ਗੁਰਸਿੱਖ ਪੱਕਾ ਹੈ ਤਾਂ ਗੁਰੂ ਦਾ ਹੁਕਮ ਮੰਨੇਗਾ, ਉਹ ਗੁਰੂ ਦੇ ਹੁਕਮ ਨੂੰ ਟਾਲੇਗਾ ਨਹੀਂ। ਹੁਕਮ ਹੁਕਮ ਹੁੰਦਾ। ਤਾਂ ਗੁਰਮੁਖ ਪਿਆਰਿਓ, ਭਾਈ ਜੋਗੇ ਨੇ ਉਸੇ ਸਮੇਂ ਲੜ ਛੱਡ ਦਿੱਤਾ। ਕਹਿੰਦੇ ਰੁਕ ਜਾ, ਕਹਿੰਦੇ ਤੂੰ ਰਿਸ਼ਤੇਦਾਰ ਮਿੱਤਰ ਦੋਸਤ। ਜੋਗਾ ਕਹਿੰਦਾ ਵੀ ਪਰੇ ਹੋ ਜਾਓ, ਮੈਨੂੰ ਕੋਈ ਰੋਕੋ ਨਾ, ਮੈਨੂੰ ਕੋਈ ਟੋਕੋ ਨਾ, ਮੈਨੂੰ ਐਟ ਏ ਟਾਈਮ ਆਨੰਦਪੁਰ ਸਾਹਿਬ ਜਾਣਾ ਪੈਣਾ। ਮੈਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਲਾਹੀ ਹੁਕਮ ਹੋਇਆ। ਉਹ ਕਹਿਣ ਲੱਗੇ, ਕਹਿੰਦੇ ਗੁਰੂ ਕਿਹੜਾ ਕਿਤੇ ਭੱਜਿਆ ਜਾਂਦਾ, ਫਿਰ ਬਗ ਜੀ ਕਹਿੰਦੇ ਰੁਕਦੇ ਥੋੜਾ ਦਿਨ ਨੂੰ। ਕਹਿੰਦਾ ਹੁਣੀ ਜਾਣਾ। ਰਿਸ਼ਤੇਦਾਰ ਸਾਗ ਸੰਬੰਧੀ ਕਹਿੰਦੇ ਜੋਗਿਆ ਜੇ ਤੂੰ ਰੁਕਦਾ ਨਹੀਂ ਨਾ, ਫਿਰ ਅਸੀਂ ਤੇਰੇ ਨਾਲ ਅੱਜ ਤੋਂ ਬਾਅਦ ਵਰਤਦੇ ਨਹੀਂ। ਆਖੋ ਸਤਨਾਮ। ਅੱਜ ਤੋਂ ਬਾਅਦ ਤੇਰੇ ਨਾਲ ਸਾਡੀ ਟੁੱਟੀ, ਤੂੰ ਸਾਡਾ ਕੁਝ ਨਹੀਂ ਲੱਗਦਾ ਤੇ ਅਸੀਂ ਤੇਰੇ ਕੁਝ ਨਹੀਂ ਲੱਗਦੇ, ਜਾ ਚਲਿਆ ਜਾ। ਜੋਗੇ ਨੇ ਪਤਾ ਫਿਰ ਕੀ ਗੱਲ ਕਹੀ, ਇੱਕੋ ਗੱਲ ਕਹੀ। ਜੋਗੇ ਨੇ ਇੱਕ ਗੱਲ ਕਹੀ, ਉਹ ਆਪਾਂ ਸ਼ਬਦ ਪੜ੍ਹਦੇ ਆ। ਜੋਗਾ ਕਹਿੰਦਾ ਮੇਰਾ ਰੁੱਸੇ ਨਾ ਕਲੰਗੀਆਂ ਵਾਲਾ, ਜਗ ਭਾਵੇਂ ਸਾਰਾ ਰੁੱਸ ਜੇ। ਮੇਰਾ ਰੁੱਸੇ ਨਾ ਕਲੰਗੀਆਂ ਵਾਲਾ, ਜਗ ਭਾਵੇਂ ਸਾਰਾ ਰੁੱਸ ਜੇ। ਜੋਗਾ ਕਹਿੰਦਾ ਮੇਰਾ ਕਲੰਗੀਆਂ ਵਾਲਾ ਨਾ ਰੁੱਸੇ। ਕਹਿੰਦਾ ਤੁਸੀਂ ਰੁੱਸਦੇ ਹੋ, ਬੇਸ਼ੱਕ ਰੁੱਸ ਦਿਓ। ਆਖੋ ਸਤਨਾਮ। ਮਾਰੀ ਘੋੜੇ ਤੇ ਪਲਾਕੀ, ਸਿੱਧਾ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਇੱਥੋਂ ਕਸਵੱਟੀ ਤੋਂ ਪਾਸ ਹੋ ਗਿਆ। ਮਹਾਰਾਜ ਜੀ ਨੇ ਫਿਰ ਇੱਕ ਹੋਰ ਪਰਚਾ ਪਾ ਦਿੱਤਾ। ਆਖੋ ਸਤਨਾਮ। ਉਹ ਪਰਚਾ ਕੀ, ਅੱਗੇ ਸੁਣਿਓ। ਇਹ ਜਦੋਂ ਹੁਣ ਘੋੜੇ ਤੇ ਜਾ ਰਿਹਾ ਨਾ, ਮਨ ਦੇ ਵਿੱਚ ਥੋੜਾ ਜਿਹਾ ਹੰਕਾਰ ਹੋ ਗਿਆ ਜੋਗੇ ਨੂੰ। ਕਹਿੰਦਾ ਵੀ ਮੇਰੇ ਵਰਗਾ ਕੋਈ ਗੁਰੂ ਦਾ ਸਿੱਖ ਨਹੀਂ ਹੋ ਸਕਦਾ, ਮੇਰੇ ਵਰਗਾ ਕੋਈ ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਮੈਂ ਲਾਵਾਂ ਵੀ ਛੱਡ ਕੇ ਆ ਗਿਆ ਗੁਰੂ ਪਿੱਛੇ। ਆਖੋ ਸਤਨਾਮ। ਹੰਕਾਰ ਹੋ ਗਿਆ ਥੋੜਾ ਜਿਹਾ। ਮਹਾਰਾਜ ਜੀ ਕਹਿੰਦੇ ਹਰਜੂ ਹੰਕਾਰ ਨਾ ਭਾਵਈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਮੈਨੂੰ ਹੰਕਾਰ ਨਹੀਂ ਚੰਗਾ ਲੱਗਦਾ, ਨਾ ਹੀ ਹੰਕਾਰੀ ਬੰਦਾ ਚੰਗਾ ਲੱਗਦਾ। ਆਖੋ ਸਤਨਾਮ। ਮਹਾਰਾਜ ਜੀ ਕਹਿੰਦੇ ਹੰਕਾਰੀ ਬੰਦੇ ਤੋਂ ਮੈਂ 100 ਕੋਹਾਂ ਦੂਰ ਰਹਿਣਾ ਹਾਂ, ਨੇੜੇ ਨਹੀਂ ਲੱਗਦਾ। ਹੁਣ ਸਿੱਖ ਦੇ ਮਨ ਵਿੱਚ ਹੰਕਾਰ ਹੋ ਜਾਏ, ਭਾਵੇਂ ਜੋਗਾ ਹੰਕਾਰੀ ਨਹੀਂ ਸੀ, ਪਰ ਸਤਿਗੁਰੂ ਜੀ ਨੇ ਉਹਦੇ ਉੱਤੇ ਕਸਵੱਟੀ ਐਸੀ ਪਾ ਦਿੱਤੀ,
ਤਾਂ ਹੰਕਾਰ ਆ ਗਿਆ ਮਨ ਦੇ ਵਿੱਚ। ਹੁਣ ਹੰਕਾਰ ਨੂੰ ਦੂਰ ਕਰਨ ਵਾਸਤੇ ਫਿਰ ਪਰਚਾ ਪਾ ਦਿੱਤਾ। ਪਰਚਾ ਕੀ ਪਾਇਆ? ਮਨ ਦੇ ਵਿੱਚ ਸੋਚਦਾ ਕਿਤੇ ਮੇਰੇ ਵਰਗਾ ਕੋਈ ਸਿੱਖ ਨਹੀਂ, ਮੈਂ ਬੜਾ ਹੁਕਮ ਮੰਨਦਾ ਗੁਰੂ ਦਾ, ਲਾਵਾਂ ਵੀ ਛੱਡ ਕੇ ਆ ਗਿਆ। ਐਸਾ ਕਿਹੜਾ ਸਿੱਖ ਹੋ ਸਕਦਾ ਜਿਹੜਾ ਲਾਵਾਂ ਛੱਡ ਕੇ ਆ ਜਾਏ? ਤਾਂ ਗੁਰਮੁਖ ਪਿਆਰਿਓ, ਧਰਮਪੁਰਾ ਬਾਜ਼ਾਰ ਆ ਗਿਆ। ਧਰਮਪੁਰਾ ਬਾਜ਼ਾਰ ਇਹਨੇ ਕੀ ਕੀਤਾ? ਇੱਕ ਸਾਈਡ ਦੇ ਉੱਤੇ ਖੇਤਾਂ ਦੇ ਵਿੱਚ ਘੋੜਾ ਬੰਨਿਆ। ਘੋੜਾ ਬੰਨ ਕੇ ਖੂਹ ਦੇ ਉੱਤੇ ਡੇਰਾ ਲਾਇਆ। ਤਾਂ ਹੁਣ ਇੱਥੇ ਡੇਰਾ ਕੀਤਾ। ਇਹਨੇ ਸੋਚਿਆ ਵੀ ਚਲੋ ਬਾਜ਼ਾਰ 'ਚ ਕੀੜਾ ਕੂੜਾ ਜਿਹਾ ਦੇ ਕੇ ਆਉਂਦੇ ਹਾਂ, ਕੁਝ ਖਾ ਪੀ ਲਵਾਂਗੇ। ਜਦੋਂ ਹੁਣ ਬਾਜ਼ਾਰ ਦੇ ਵਿੱਚ ਗਿਆ, ਇੱਥੇ ਬੇਸਵਾ ਦੇ ਅੱਡੇ ਬਣੇ ਹੋਏ ਸੀ। ਬੇਸਵਾ ਦੇ, ਬੇਸਵਾ ਤੁਸੀਂ ਸਮਝਦੇ ਹੋਣੇ ਵੀ ਕਿਹਨੂੰ ਕਹਿੰਦੇ ਨੇ? ਜਿਹੜੇ ਮਾੜੇ ਕਰਮ ਕਰਦੀ ਹੈ ਬੇਸਵਾ, ਜ਼ਿੰਦਗੀਆਂ ਬਰਬਾਦ ਕਰਦੀ ਹੈ, ਉਹਨੂੰ ਬੇਸਵਾ ਕਹਿੰਦੇ ਆ। ਜਦੋਂ ਇਹ ਗਿਆ ਤਾਂ ਗੁਰਮੁਖ ਪਿਆਰਿਓ, ਇੱਕ ਬੇਸਵਾ ਬੜੀ ਸੁੰਦਰ, ਇਹਦੇ ਉੱਤੇ ਨਜ਼ਰ ਗਈ ਤੇ ਇਹਦੀ ਨਜ਼ਰ ਉਹਦੇ ਉੱਤੇ ਗਈ। ਇਹ ਮੋਹਿਆ ਗਿਆ। ਤਾਂ ਗੁਰਮੁਖ ਪਿਆਰੇ, ਜਦੋਂ ਮਨ ਮੋਹਿਆ ਗਿਆ ਦਾ, ਇਹ ਚਾਹਿਆ ਵੀ ਮੈਂ ਹੁਣ ਇਹਦੇ ਕੋਲ ਜਾਵਾਂ। ਹੁਣ ਇੱਥੇ ਸਤਿਗੁਰੂ ਜੀ ਨੇ ਫੇਰ ਕਿਰਪਾ ਕੀਤੀ। ਮਹਾਰਾਜ ਜੀ ਨੇ ਅੰਤਰਜਾਮਤਾ ਦੇ ਨਾਲ ਦੇਖ ਲਿਆ ਵੀ ਜੋਗਾ ਹੁਣ ਡੋਲ ਗਿਆ। ਆਖੋ ਸਤਨਾਮ। ਹੁਣ ਇਹ ਪਾਪਾਂ ਦੀ ਭੱਠੀ ਦੇ ਵਿੱਚ ਡਿੱਗਣ ਲੱਗਾ ਹੈ। ਹੁਣ ਫਰਜ਼ ਵੀ ਗੁਰੂ ਦੀ ਹੈ ਸਿੱਖ ਨੂੰ ਬਚਾਉਣ ਦਾ, ਕਿਉਂਕਿ ਵਾਅਦਾ ਕੀਤਾ ਸੀ ਨਾ ਜੋਗਾ। ਜੋਗੇ ਨੇ ਕਿਹਾ ਸੀ ਮਹਾਰਾਜ ਮੈਂ ਤੁਹਾਡੇ ਜੋਗਾ, ਤੇ ਗੁਰੂ ਨੇ ਕਿਹਾ ਸੀ ਜੋਗਿਆ ਫਿਰ ਗੁਰੂ ਵੀ ਤੇਰੇ ਜੋਗਾ ਹੈ। ਤਾਂ ਗੁਰਮੁਖ ਪਿਆਰੇ, ਜੋਗੇ ਨੇ ਲਾਵਾਂ ਛੱਡ ਕੇ ਗੁਰੂ ਜੋਗਾ ਹੋ ਕੇ ਵਿਖਾ ਦਿੱਤਾ। ਤੇ ਅੱਗੇ ਕਸਵੱਟੀ ਲੱਗੀ, ਪਰਖ ਲੱਗੀ, ਪਰਚਾ ਪੈ ਗਿਆ ਦੁਬਾਰਾ ਫੇਰ। ਹੁਣ ਜੋਗਾ ਜਦੋਂ ਪਾਪਾਂ ਦੀ ਭੱਠੀ ਦੇ ਵਿੱਚ ਝੁਕਣ ਲੱਗਿਆ, ਮਾੜੇ ਕੰਮਾਂ ਵੱਲ ਵਧਣ ਲੱਗਿਆ, ਭਾਵੇਂ ਉਹ ਬੇਸਵਾ ਗਾਮੀ ਨਹੀਂ ਸੀ, ਪਰ ਕਸਵੱਟੀ ਸਤਿਗੁਰੂ ਨੇ ਪਰਚੇ ਐਸਾ ਪਾ ਦਿੱਤਾ। ਜਦੋਂ ਗੁਰਮੁਖ ਪਿਆਰਿਓ ਸ਼ਾਮ ਦਾ ਸਮਾਂ ਹੋਇਆ ਤਾਂ ਜੋਗਾ ਬੇਸਵਾ ਦੀਆਂ ਪੌੜੀਆਂ ਵੱਲ ਨੂੰ ਜਾਣ ਲੱਗਿਆ। ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਤਿਗੁਰੂ ਜੀ ਨੇ ਪਹਿਰੇਦਾਰ ਦਾ ਰੂਪ ਧਾਰਨ ਕਰਕੇ ਜਾ ਕੇ ਬੇਸਵਾ ਦੀਆਂ ਪੌੜੀਆਂ ਅੱਗੇ ਖਲੋ ਗਿਆ। ਆਖੋ ਸਤਨਾਮ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਹਿਰੇਦਾਰ ਦਾ ਰੂਪ ਧਾਰਨ ਕਰਕੇ, ਸਾਦਾ ਜਿਹਾ ਭੇਸ ਬਾਣਾ ਧਾਰਨ ਕਰਕੇ ਬੇਸਵਾ ਦੀਆਂ ਪੌੜੀਆਂ ਦੇ ਉੱਤੇ ਜਾ ਕੇ ਖਲੋ ਗਏ। ਨਾਲ ਬੜਾ ਸਾਰਾ ਛੋਟਾ ਜਿਹਾ ਫੜਿਆ ਡੰਡਾ। ਜਦੋਂ ਜੋਗਾ ਆਇਆ, ਇਹਨੇ ਦੇਖਿਆ ਵੀ ਪਹਿਰੇਦਾਰ ਖੜਾ ਹੈ। ਉਹਨੂੰ ਦੇਖ ਕੇ ਡਰਦਾ ਮਾਰਾ ਵਾਪਸ ਜਾ ਹੋ ਗਿਆ। ਫਿਰ ਜਦੋਂ ਥੋੜਾ ਜਿਹਾ ਸਮਾਂ 9 ਵਜੇ ਦਾ ਸਮਾਂ ਹੋਇਆ, ਇਹਨੇ ਤੀਜਾ ਗੇੜਾ ਫਿਰ ਉਧਰ ਨੂੰ ਬੇਸਵਾ ਵੱਲ ਨੂੰ ਮਾਰਿਆ। ਪਹਿਰੇਦਾਰ ਫਿਰ ਉੱਥੇ ਖੜਾ ਹੈ। ਤਾਂ ਗੁਰਮੁਖ ਪਿਆਰਿਓ, ਜਦੋਂ ਤੀਸਰਾ ਗੇੜਾ ਮਾਰਿਆ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਜਦੋਂ ਅੰਮ੍ਰਿਤ ਵੇਲੇ ਦੇ 4 ਵਜੇ ਨਾ, ਤੇ ਇਹ ਗੇੜਾ ਮਾਰਦਾ ਰਿਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੇ ਇਹ ਪਹਿਰੇ ਤੇ ਖੜੇ ਰਹੇ। ਗੁਰੂ ਸਿੱਖ ਨੂੰ ਬਚਾ ਲੈਂਦਾ ਹੈ, ਪਾਪਾਂ ਦੀ ਭੱਠੀ ਡਿੱਗਣ ਤੋਂ, ਜਮਾ ਤੋਂ ਬਚਾ ਲੈਂਦਾ। ਜਦੋਂ ਅੰਮ੍ਰਿਤ ਵੇਲੇ ਫਿਰ ਜੋਗੇ ਨੇ ਗੇੜਾ ਮਾਰਿਆ, ਫਿਰ ਹੁਣ
ਪਹਿਰੇਦਾਰ ਨੇ ਤਾੜਨਾ ਕੀਤੀ। ਇਹ ਕਹਿੰਦਾ ਦੇਖੀ ਜੇ ਹੁਣ ਚੱਲਣੀ ਜਾਣੀ ਜਾਣਾ ਉੱਪਰ, ਕਹਿੰਦਾ ਪੇਸ਼ਵੇ ਦੇ ਲਵੇ। ਜਦੋਂ ਗਿਆ ਫਿਰ ਗੁਰਮੁਖ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਪਹਿਰੇਦਾਰ ਦਾ ਰੂਪ ਧਾਰਨ ਕੀਤਾ ਹੋਇਆ ਸੀ, ਮਹਾਰਾਜ ਜੀ ਕਹਿੰਦੇ ਉਹ ਕਿੱਧਰ ਤੁਰਿਆ ਫਿਰਦਾ? ਅੰਮ੍ਰਿਤ ਵੇਲਾ ਹੈ, ਗੁਰਾਂ ਦਾ ਬਾਣਾ ਪਾਇਆ ਹੋਇਆ, ਤੇੜ ਕਸਹਿਰਾ ਪਾਇਆ, ਹੱਥ ਕੜਾ ਪਾਇਆ ਹੋਇਆ, ਸਿਰ ਕੰਘਾ ਲਾਇਆ ਹੋਇਆ, ਐਂ ਜਾਪਦਾ ਜਿਵੇਂ ਅਨੰਦਪੁਰ ਵਾਸੀ ਦੇ ਗੁਰੂ ਦਾ ਸਿੱਖ ਹੋਵੇ, ਇੰਜ ਜਾਪਦਾ ਜਿਵੇਂ ਅਨੰਦਪੁਰ ਵਾਲੇ ਗੁਰੂ ਦਾ ਸਿੱਖ ਹੋਵੇ। ਤਾੜਨਾ ਕੀਤੀ। ਕਹਿੰਦੇ ਸਿੰਘਾਂ ਦਾ ਕੰਮ ਨਹੀਂ ਹੁੰਦਾ ਬੇਸਵਾ ਦੇ ਦੁਆਰੇ ਫਿਰਨਾ, ਜਾ ਸਿੰਘਾ ਕਰ ਆਪਣੇ ਕਰ ਬਾਣੀ ਦਾ ਪਾਠ। ਕਹਿੰਦੇ ਅੰਮ੍ਰਿਤ ਵੇਲਾ ਤਾਂ ਗੁਰੂ ਦਾ ਸਿੱਖ ਬਾਣੀ ਦਾ ਪਾਠ ਕਰਦਾ ਇਸ਼ਨਾਨ ਪਾਣੀ ਕਰਕੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਕੀ ਕਹਿਣਗੇ ਬਾਬਾ ਜੀ, ਸਰੀਰ ਬੜਾ ਦੁਖੀ ਰਹਿੰਦਾ ਜੀ, ਬੜਾ ਤਨ ਦਰਦ ਹੁੰਦਾ ਰਹਿੰਦਾ ਜੀ, ਲੱਤਾਂ ਬਾਹਾਂ ਦੁਖਦੀਆਂ ਰਹਿੰਦੀਆਂ ਨੇ ਜੀ, ਦਵਾਈਆਂ ਤੇ ਦਵਾਈਆਂ, ਦਵਾਈਆਂ ਤੇ ਦਵਾਈਆਂ ਖਾ ਖਾ ਕੇ ਅੱਕ ਗਏ ਆ ਜੀ। ਕੋਈ ਕਿਰਪਾ ਹੀ ਕਰ ਦਿਓ, ਕੋਈ ਰਹਿਮਤ ਕਰ ਦਿਓ, ਕੋਈ ਰੇਖ ਸਮੇਖ ਹੀ ਮਾਰ ਦਿਓ। ਡਾਕਟਰਾਂ ਦੇ ਕੋਲਾਂ ਦਾ ਅਸੀਂ ਗੁਰਮੁਖ ਪਿਆਰੇ ਸੌਆਂ ਦੇ 100 ਹਜ਼ਾਰਾਂ ਦੇ ਹਜ਼ਾਰ ਦੇ ਦਿੰਦੇ ਆ, ਪਰ ਗੁਰੂ ਦਾ ਦਸਵੰਧ ਕੱਢਣ ਲੱਗੇ ਰੋਂਦੇ ਆ। ਆਖੋ ਸਤਿਨਾਮ। ਗੁਰੂ ਦਾ ਦਸਵੰਧ ਕੱਢਣ ਲੱਗੇ ਆ ਰੋਂਦੇ ਆ। ਮਹਾਰਾਜ ਜੀ ਕਹਿੰਦੇ ਫਿਰ ਰੋਣਾ ਨਾ, ਰੋਈ ਚੱਲ। ਬਾਬੇ ਕੇ ਜੋ ਦਾਮ ਨਾ ਦੇ ਹੈ ਤਿਨਸੇ ਫਿਰ ਬਾਬਰ ਕੇ ਲਿਆ। ਜੇ ਕਹਿੰਦੇ ਗੁਰੂ ਦਾ ਦਸਵੰਧ ਨਹੀਂ ਨਾ ਕੱਢਦਾ, ਫਿਰ ਚੱਲ ਡਾਕਟਰਾਂ ਦੇ ਕੋਲ ਨੂੰ ਦੇਈ ਚੱਲ, ਉਹਨਾਂ ਨੂੰ ਨਾਲੇ ਹੱਥ ਬੰਨੇਗਾ, ਨਾਲੇ ਰੋਵੇਗਾ, ਨਾਲੇ ਤਾਹਾਂ ਮਾਰੇਗਾ। ਇਹੀ ਕੰਮ ਹੋ ਰਿਹਾ ਹੁਣ। ਨਾਲੇ ਤਾਂ ਸਰੀਰ ਸਾਡਾ ਦਵਾਈਆਂ ਖਾ ਖਾ ਕੇ ਤੰਗ ਹੋ ਗਿਆ, ਤੇ ਨਾਲੇ ਪੱਲੋਂ ਮਾਇਆ ਚਲੀ ਗਈ। ਤੇ ਗੁਰਮੁਖ ਪਿਆਰਿਓ, ਜੇ ਦਸਵੰਧ ਕੱਢਣਾ ਸ਼ੁਰੂ ਕਰ ਦਿਓ ਨਾ, ਦੇਹੀ ਰੋਗ ਨਾ ਲੱਗੀ, ਪੱਲੇ ਸਭ ਕੁਝ ਪਾਏ। ਇਹ ਮਹਾਰਾਜ ਦੇ ਵਚਨ ਨੇ, ਮੇਰੇ ਨਹੀਂ। ਕਹਿੰਦੇ ਦੇਹੀ ਨੂੰ ਰੋਗ ਹੀ ਨਹੀਂ ਲੱਗਣੇ। ਆਖੋ ਸਤਿਨਾਮ। ਸਭ ਕੁਝ ਪ੍ਰਾਪਤ ਹੋ ਜਾਣਾ। ਦੇਹੀ ਰੋਗ ਨਾ ਲੱਗੀ, ਪੱਲੇ ਸਭ ਕੁਝ ਪਾਏ। ਦਸਵੰਧ ਕੱਢਣਾ ਹਰ ਸਿੱਖ ਦਾ ਫਰਜ਼ ਬਣਦਾ। ਹਰ ਮਹੀਨੇ ਬਾਅਦ ਜੇ 10,000 ਰੁਪਏ ਬਣਦਾ ਨਾ ਤਾਂ 1,000 ਰੁਪਏ ਗੁਰੂ ਦਾ, ਜੇ 20 ਬਣਦਾ ਤਾਂ 2,000 ਗੁਰੂ ਦਾ ਹੈ, ਜੇ 30 ਬਣਦਾ ਤਾਂ 3, ਜੇ 50 ਬਣਦਾ ਤਾਂ 5। ਮਹਾਰਾਜ ਜੀ ਕਹਿੰਦੇ ਸਿੱਖਾ 9 ਹਿੱਸੇ ਤੂੰ ਵਰਤ ਤੇ 1 ਹਿੱਸਾ ਮੇਰਾ ਕੱਢ ਦੇ। ਦੁੱਖ ਨਹੀਂ ਲੱਗੂਗਾ, ਸਦਾ ਹੀ ਖੁਸ਼ੀ ਰਹੇਗਾ, ਬਰਕਤਾਂ ਰਹਿਣਗੀਆਂ, ਸਦਾ ਹੀ ਬਰਕਤਾਂ ਰਹਿੰਦੀਆਂ ਨੇ, ਕਿਰਪਾ ਰਹਿੰਦੀ ਆ। ਪਰ ਅਸੀਂ ਕੀ ਕਰਦੇ ਆ, ਗੁਰੂ ਦਾ ਦਸਵੰਧ ਵੀ ਖਾ ਜਾਂਦੇ। ਆਖੋ ਸਤਿਨਾਮ। ਫਿਰ ਤਾਂ ਭਾਈ ਦੁੱਖ ਲੱਗਣੇ ਲੱਗਣੇ ਨੇ। ਉਧਰ ਡਾਕਟਰ ਨੂੰ ਲੱਖਾਂ ਲੱਖਾਂ ਦਿੰਦੇ ਆ, ਇੱਧਰ ਗੋਲਕ 'ਚ ਲਿਆ ਕੇ 1 ਰੁਪਈਆ ਪਾ ਦਿੰਦੇ। ਆਖੋ ਸਤਿਨਾਮ। ਅੱਧੇ ਦਾ ਝਰੀਟਾਂ ਪਾਦੇ। ਨਵੀਂ ਗੋਲਕ ਲਿਆਂਦੀ ਸੀ ਟੋਲੂ ਜੇ ਨਾ, ਆ ਜਦੋਂ ਗਿਣਦੇ ਆ ਗੋਲਕ, ਤੁਹਾਡੇ ਹੀ ਬੱਚੇ ਹੁੰਦੇ ਨੇ ਜਿਹੜੇ ਅਸੀਂ ਬੁਲਾਉਂਦੇ ਰਾਤ ਨੂੰ, ਨਾਲੇ ਤਾਂ ਗਾਲਾਂ ਕੱਢੀ ਜਾਂਦੇ ਨੇ, ਨਾਲੇ ਗਿਣੀ ਜਾਂਦੇ। ਕਹਿੰਦੇ ਇਹ ਨਹੀਂ ਜੀ ਸਭ ਤੋਂ ਗਿਣੇ ਜਾਂਦੇ ਸੀ। ਕਹਿੰਦੇ ਇਹ ਕਿਹੜਾ ਹੁਣ ਪਾਕਿਸਤਾਨ ਤੋਂ ਆਏ ਨੇ, ਤੁਹਾਡੇ ਮਾਂ ਬਾਪ ਪਾਉਂਦੇ ਨੇ, ਗਿਣੋ ਇਹਨਾਂ ਨੂੰ। ਹੁਣ ਪੁੱਛ ਲਿਓ, ਦੇਖੋ ਕੱਲ੍ਹ ਨੂੰ ਖੋਲਾਂਗੇ ਗੋਲਕ। ਜੱਜ ਰੁਪਈਏ ਨੂੰ ਦੇਖ ਕੇ ਸੌਂ ਜਾਣਾ ਕਿ ਨੀਂਦ ਆਉਣ ਲੱਗ ਜਾਂਦੀ। ਕਹਿੰਦਾ ਇਹ ਕਿਹੜਾ ਗਿਣੂ ਇਹਨੂੰ ਬਾਬਾ ਜੀ, ਮੈਂ ਵੀ ਗਿਣਨੇ ਤਾਂ ਪੈਣੇ ਨੇ, ਹੁਣ ਕੀ ਕਰੀਏ ਇਹਨਾਂ ਨੂੰ। ਦਸਵੰਧ ਗੁਰੂ ਦਾ ਜਿਹੜਾ ਨਹੀਂ ਕੱਢਦਾ, ਮਹਾਰਾਜ ਜੀ ਕਹਿੰਦੇ ਨੇ ਮੈਂ ਨਹੀਂ ਕਹਿੰਦਾ ਭਾਈ, ਮੈਂ ਤਾਂ ਸੁਣਾਨਾ ਗੁਰੂ ਦੇ ਵਚਨ ਤੁਹਾਨੂੰ ਦੱਸਦਾ। ਮੇਰਾ ਕੰਮ ਤਾਂ ਰਸਤਾ ਸਹੀ ਦੱਸਣ ਦਾ, ਤੁਰਨਾ ਨਾ ਤੁਰਨਾ ਅਗਲੇ ਦੀ ਮਰਜ਼ੀ ਆ। ਹੁਣ ਜੇ ਕੋਈ ਰਸਤਾ ਪੁੱਛੇ ਵੀ ਮਰੇਕੋਟਲੇ ਨੂੰ ਜਾਣਾ ਜੀ, ਹੁਣ ਜਿਹਨੂੰ ਪਤਾ ਰਸਤਾ ਦੱਸ ਦਿਓ ਭਾਈ, ਇੱਧਰ ਨੂੰ ਜਾ ਕੇ, ਇੱਧਰ ਨੂੰ ਜਾ ਕੇ, ਇੱਧਰ ਨੂੰ ਜਾਈ। ਦੱਸਣ ਵਾਲੇ ਦਾ ਕੰਮ ਤਾਂ ਦੱਸਣਾ ਨਾ। ਅੱਗੇ ਹੋਰੇ ਪਾਸੇ ਪਿੱਛੇ ਨੂੰ ਇੱਧਰ ਨੂੰ ਤੁਰ ਜੇ, ਖੰਨੇ ਕਣੀ ਨੂੰ, ਦੱਸਣ ਵਾਲੇ ਦਾ ਤਾਂ ਕੋਈ ਕਸੂਰ ਨਹੀਂ ਨਾ। ਸਾਡਾ ਕੰਮ ਆ ਦੱਸਣਾ, ਸੰਗਤਾਂ ਦਾ ਕੰਮ ਹੁੰਦਾ ਮੰਨਣਾ। ਇਹ ਨਹੀਂ ਵੀ ਇੱਥੇ ਪ੍ਰਚਾਰ ਇਕਣੀ ਅਸੀਂ ਉਰੀ ਕਰਦੇ ਹਾਂ।
ये सारी दुनिया के विच इसे तरह ही प्रचार करता, जिथे जिथे महाराज जी कृपा करते आ, रहमत करते आ। दसवंध जिन्ना चਿਰ ਕੱਢਾਂਗੇ देही ਨੂੰ रोग नहीं लगू, सुखा ਦੇ ਵਿੱਚ ਬਤੀਤ ਹੋਣੀਆਂ। ਸਮਾਂ बड़ा हो चलिया, उस बाकी विचारा करांगे कल ਨੂੰ। दसवंध गुरु का ਕੱਢਾਂਗੇ, सदा सुखी रहांगे, दुखों तो भुखों तो बचे रहांगे। बरकत कमाइयां ਦੇ ਵਿੱਚ बरकत ही बरकतां हो जाणियां ने। आखो सतनाम। फिर देखो तुसीं ਜਿਹੜੇ कहने भी माया बड़ी आउंदी है, बाबा जी पता नहीं कितों लंघ जाती है। दसवंध ਕੱਢੋਗੇ ना, फिर दस्यो माया खड़दी है कि नहीं खड़दी। इस करके भाई गुरु का दसवंध सिख का फर्ज बनता है। हुण भाई जोगा महाराज जी कहते, जा सिखा कर अपने कर बाणी का पाठ, अमृत वेला है, कर इस्नान, सिमर प्रभ अपना, मन तन भय अरोगा। असीं कहने शरीर दुखदा जी, दर्द हुंदा, महाराज जी कहते कर इस्नान, सिमर प्रभ अपना। कहते पहला स्नान कर, फिर वाहिगुरू परमेश्वर के नाम का सिमरन कर, फिर तेरा मन भी तन भी अरोग हो जाना है। आखो सतनाम। आओ इत्थों विचार करांगे कल नूं। भाई जोगा अमृत वेले बेसवां दीआं पौड़ियां ते तीसरी बार आया। ये विचार करांगे कल नूं। गुरबाणी पढ़दे सुणदे कोलों एक नहीं नेका ही प्रकार दी गलतियां भुलां चुका हो जांदियां ने। संगतां सतगुरु जी बख्शनहार हन। कल लड़कियां दे विआह कीते गए आ, हाज़री भरी उत्थे। सो बहुत वधिया कारज महाराज ने कृपा की। तुहाडीआं संगतां दे सहयोग दे नाल नगर दे विचों 70 सूट हो गए सी अपने नगर चों, 20 कंबल, 20 पेंटा शर्टां ते आटे दे थैले हो गए सी। माया बड़ी बेअंत हो गई सी। सो कल एक कारज करके सारे सतगुरु ने मेहर की, कृपा की। सो आओ इस तरह सेवावां दे विच योगदान पाउंदे रहिए, सेवा करते रहिए, गुरु दी खुशियां प्राप्त करते रहिए। लोक सुखीए परलोक सहेले, नानक हर प्रभ आपे मिले। जो अज देखदी है सेवावां हाज़र ने सरदार कुलदीप सिंह जी, इन्हां परिवार वालों देग दी अरदास है। आओ हुण आपां श्लोक दे विच बोल के रसना नूं पवित्र करिए। लोक सुखीए परलोक सहेले, नानक हर प्रभ आपे मिले। श्लोक पवन गुरु पाणी पिता, माता तरत महत, दिवस रात दो दाई दाया, खेलै सगल जगत, चंगियाइयां बुरियाइयां, बाचे धर्म दूरा, कर्मी आपो अपनी, के नेड़े के दूरा, जिनी नाम ते आया, गए मसकत काल, नानक ते मुखे उजले, केती छुटे नाल, जिनी नाम ते आया, गए मसकत काल, नानक ते मुखे उजले, केती छुटी नाल, जिनी नाम ते आया, गए मसकत काल, नानक ते मुख उजले, केती छुटी नाल। वाहिगुरू जी का खालसा, वाहिगुरू जी की फतेह।